ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਖਬਰ ਪੜਤਾਲ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਬਹੁਤ ਧੰਨਵਾਦ ਮਨਪ੍ਰੀਤ ਜੀ। ਮਨਪ੍ਰੀਤ ਜੀ, 3-4 ਬੜੇ ਵੱਡੇ ਮਸਲੇ ਨੇ ਪੰਜਾਬ ਦੇ ਸਾਹਮਣੇ। ਇੱਕ ਤਾਂ ਕਾਂਗਰਸ ਦਾ ਮਸਲਾ ਹੈ, ਪੋਲੀਟੀਕਲ ਮਸਲਾ ਹੈ। ਨਵਜੋਤ ਸਿੰਘ ਸਿੱਧੂ ਤੇ ਅਨੁਸ਼ਾਸਨੀ ਕਾਰਵਾਈ ਦੀ ਚਿੱਠੀ ਲਿਖੇ ਜਾਣ ਦੀ ਖਬਰ ਹੈ, ਸੁਰਖੀ ਬਣ ਰਹੀ ਹੈ ਮੀਡੀਆ ਦੇ ਵਿੱਚ ਕਿ ਹਰੀਸ਼ ਚੌਧਰੀ ਨੇ ਹੁਣ ਚਿੱਠੀ ਲਿਖੀ ਹੈ ਹਾਈ ਕਮਾਂਡ ਨੂੰ ਔਰ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵਿਚਰਨ ਨੂੰ, ਪਿਛਲੇ ਸਮਿਆਂ 'ਚ ਉਹਨਾਂ ਦੀ ਬਿਆਨਬਾਜ਼ੀ ਨੂੰ ਇਹ ਕਿਹਾ ਗਿਆ ਕਿ ਇਹਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ। ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਸੁਨੀਲ ਜਾਖੜ ਹੋਣਾ ਤੇ ਅਨੁਸ਼ਾਸਨ ਕਮੇਟੀ ਨੇ ਜਿਹੜੀ ਸਿਫਾਰਿਸ਼ ਕੀਤੀ ਸੀ ਉਹ ਸੋਨੀਆ ਗਾਂਧੀ ਨੇ ਮੰਨੀ ਨਹੀਂ, ਉਹਨਾਂ ਨੂੰ ਮੁਅੱਤਲ ਨਹੀਂ ਕੀਤਾ ਗਿਆ, ਪਰ ਕਹਿੰਦੇ ਉਹਨਾਂ ਨੂੰ ਅਹੁਦਾ ਕੋਈ ਨਹੀਂ ਦਿੱਤਾ ਜਾਊਗਾ, ਵੱਖ ਕਰਦੇ ਆ ਅਹੁਦਿਆਂ ਤੋਂ। ਉਹ ਪਹਿਲਾਂ ਹੀ ਅਹੁਦਾ ਜਾਖੜ ਸਾਹਿਬ ਕੋਲੇ ਕੋਈ ਹੈ ਨਹੀਂ ਸੀ। ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਜਿਹੜੀ ਅਨੁਸ਼ਾਸਨੀ ਕਾਰਵਾਈ ਹੈ ਇਹਦੇ ਪਿੱਛੇ ਤੁਹਾਡੀ ਪੋਲੀਟੀਕਲ ਸੋਚ ਕੀ ਦੇਖਦੀ ਹੈ? ਕਿ ਇਹ ਨਵਜੋਤ ਸਿੰਘ ਸਿੱਧੂ ਦੀ ਜਿਹੜੇ ਬਿਆਨ ਸੀ ਕਿ ਪਿਛਲੇ 5 ਸਾਲ 'ਚ ਜਿਹੜੀ ਕਾਂਗਰਸ ਦੀ ਕਾਰਗੁਜ਼ਾਰੀ ਸੀ, ਜਿਹੜਾ ਮਾਫੀਆ ਹਾਰੀ ਰਿਹਾ ਉਹਦੇ ਕਰਕੇ, ਮਾਫੀਆ ਹਾਵੀ ਹੋਣ ਕਰਕੇ ਅਸੀਂ ਹਾਰੇ ਹਾਂ, ਕਿ ਉਸ ਗੱਲ ਦਾ ਇਤਰਾਜ਼ ਕਰ ਰਹੇ ਨੇ ਕਾਂਗਰਸ ਦੇ ਲੀਡਰ? ਕੈਪਟਨ ਅਮਰਿੰਦਰ ਨੇ ਵੀ ਇੱਕ ਵਾਰ ਕਿਹਾ ਸੀ ਸੋਨੀਆ ਗਾਂਧੀ ਨੂੰ, ਕੈਪਟਨ ਅਮਰਿੰਦਰ ਬਿਆਨ ਦਿੰਦੇ ਨੇ ਵੀ ਸਾਡੇ ਕਈ MLA ਉਹ ਗਲਤ ਕੰਮਾਂ 'ਚ ਇਨਵੋਲਵ ਸੀ। ਉਹ ਗਲਤ ਕੰਮ ਕੀ ਸੀ? ਕਿ ਇਹ ਸਾਰੀਆਂ ਚੀਜ਼ਾਂ ਅਨੁਸ਼ਾਸਨ ਦੇ ਦਾਇਰੇ 'ਚ ਨਹੀਂ ਆਉਂਦੀਆਂ? ਜਾਂ ਨਵਜੋਤ ਸਿੰਘ ਸਿੱਧੂ ਕਰਪਸ਼ਨ ਦੇ ਖਿਲਾਫ ਬੋਲ ਰਿਹਾ ਹੈ ਤੇ ਕਾਂਗਰਸ ਪਾਰਟੀ ਦੇ ਲੀਡਰ ਇਹ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਕਰਪਸ਼ਨ ਦੇ ਖਿਲਾਫ ਬੋਲੇ, ਇਸ ਕਰਕੇ ਚਿੱਠੀਆਂ ਲਿਖੀਆਂ ਗਈਆਂ ਨੇ? ਇੱਕ ਇਹ ਵਿਸ਼ਾ ਕੁਮਾਰ ਵਿਸ਼ਵਾਸ, ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ, ਹੁਣ ਜੁਲਾਈ 'ਚ ਦੁਬਾਰਾ ਸੁਣਵਾਈ ਹੋਣੀ ਹੈ। ਇੱਕ ਵੱਡਾ ਫੈਸਲਾ, ਸੁਪਰੀਮ ਕੋਰਟ ਨੇ 2 ਮਹੀਨੇ ਦਾ ਸਮਾਂ ਹੋਰ ਦਿੱਤਾ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਤੇ ਕੇਂਦਰ ਸਰਕਾਰ ਨੂੰ ਫੈਸਲਾ ਕਰਨ ਤੇ। ਔਰ ਇਹਦੇ ਨਾਲ ਨਾਲ ਪ੍ਰਸ਼ਾਂਤ ਕਿਸ਼ੋਰ ਨੇ ਜਿਹੜਾ ਟਵੀਟ ਕੀਤਾ, ਸੰਕੇਤ ਦਿੱਤੇ ਆ ਨਵੀਂ ਪਾਰਟੀ ਦੇ। ਨਵਜੋਤ ਸਿੰਘ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਦੇ ਟਵੀਟ ਨੂੰ ਰੀਟਵੀਟ ਕਰਤਾ। ਕਿਤੇ ਇਸ ਗੱਲ ਦਾ ਡਰ ਤਾਂ ਨਹੀਂ ਪੈ ਗਿਆ ਕਾਂਗਰਸ ਦੇ ਕਈ ਲੀਡਰਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਪ੍ਰਸ਼ਾਂਤ ਕਿਸ਼ੋਰ ਦੇ ਨੇੜੇ ਹੈ, ਕਿਤੇ ਕੋਈ ਹੋਰ ਫੈਸਲਾ ਨਾ ਕਰ ਲੇ? ਨਵਜੋਤ ਸਿੰਘ ਸਿੱਧੂ ਨੇ ਤਾਂ ਉਦੋਂ ਕਾਂਗਰਸ ਨਹੀਂ ਛੱਡੀ ਜਦੋਂ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਚਿਹਰਾ ਬਣਾਤਾ। ਤੁਸੀਂ ਕਿਵੇਂ ਵੇਖਦੇ ਹੋ ਜਿਹੜੀ ਹੁਣ ਅਨੁਸ਼ਾਸਨ ਵਾਲੀ ਚਿੱਠੀ ਲਿਖੀ ਹੈ, ਇਹਦਾ ਕਾਰਨ ਕੀ ਲੱਗਦਾ? ਦੇਖੋ ਡੱਲਾ ਜੀ, ਬਿਲਕੁਲ ਗੱਲ ਬੜੀ ਸਪਸ਼ਟ ਆ। ਨਾ ਤਾਂ ਕਾਂਗਰਸ ਦੀ ਹਾਈ ਕਮਾਂਡ ਜਿਹਦੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਆ, ਨਾ ਉਹਨਾਂ ਨੂੰ ਕੁਝ ਪਤਾ ਲੱਗ ਰਿਹਾ ਕਿ ਕਾਂਗਰਸ ਦਾ ਕਰਨਾ ਕੀ ਆ। ਨਾ ਹੀ ਜਿਹੜੇ ਇਹਨਾਂ ਨੇ ਇੰਚਾਰਜ ਲਾ ਰੱਖੇ ਆ ਸੂਬਿਆਂ ਦੇ, ਜਿਵੇਂ ਹਰੀਸ਼ ਚੌਧਰੀ ਆ, ਨਾ ਇਹਨਾਂ ਨੂੰ ਕੁਝ ਸਮਝ ਆ ਰਹੀ ਹੈ। ਦਰਅਸਲ ਇਸ ਟਾਈਮ ਉਹ ਕੁਝ ਹੋ ਰਿਹਾ ਕਿ ਸਿਵਾਏ ਕਾਂਗਰਸ ਨੂੰ ਮਜ਼ਬੂਤ ਕਰਨ ਦੇ, ਇੱਕ ਦੂਸਰੇ ਨੂੰ ਢਿੱਬੀ ਕਿੱਦਾਂ ਲਾਉਣੀ ਹੈ, ਇੱਕ ਦੂਸਰੇ ਨੂੰ ਕਿਸ ਤਰ੍ਹਾਂ ਨੀਚਾ ਦਿਖਾਉਣਾ, ਉਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਉਹ ਬੜੇ ਅਫਸੋਸ ਦੀ ਗੱਲ। ਔਰ ਕਾਂਗਰਸ ਹਾਈ ਕਮਾਂਡ ਇਹਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀ। ਨਾ ਉਹਨਾਂ ਦੀ ਕੋਈ ਕਮਾਂਡ ਨਜ਼ਰ ਆ ਰਹੀ ਹੈ, ਨਾ ਉਹਨਾਂ ਦੀ ਕੋਈ ਲੀਡਰਸ਼ਿਪ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਕਰਦਾ ਕਿ ਇਸ ਚਿੱਠੀ ਨੂੰ, ਹੁਣ ਜੇ ਅਗਰ ਤੁਸੀਂ ਚਿੱਠੀ ਨੂੰ ਦੇਖੋ, ਉਸ ਚਿੱਠੀ ਦਾ ਮਤਲਬ ਕੀ ਆ ਕਿ ਉਹ ਇਸ ਤਰ੍ਹਾਂ ਲੱਗਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਆ। ਪਹਿਲਾਂ ਤਾਂ ਉਹਨਾਂ ਤੋਂ ਸਹਿਮਤੀ ਲਈ ਜਾਂਦੇ, ਕਹਿੰਦੇ ਉਹਨਾਂ ਦੀ ਰਿਕਮੈਂਡੇਸ਼ਨ ਤੇ, ਉਹਨਾਂ ਦੀ ਸਿਫਾਰਿਸ਼ ਤੇ ਉਹ ਅੱਗੇ ਸੋਨੀਆ ਗਾਂਧੀ ਨੂੰ ਅਪੀਲ ਕਰਦੇ ਆ ਕਿ ਡਿਸਪਲਿਨਰੀ ਐਕਸ਼ਨ ਲਿਆ ਜਾਵੇ ਨਵਜੋਤ ਸਿੰਘ ਸਿੱਧੂ ਤੇ, ਜਿਹੜੇ ਕਿ ਕਹਿੰਦੇ ਆ ਕਿ ਡਿਸਪਲਿਨ ਭੰਗ ਕਰ ਰਹੇ ਨੇ, ਅਨੁਸ਼ਾਸਨ ਭੰਗ ਕਰ ਰਹੇ ਆ। ਨਵੰਬਰ ਦੇ ਮਹੀਨੇ ਤੋਂ, ਯਾਨੀ ਕਿ ਪਿਛਲੇ ਸਾਲ ਤੋਂ ਲਗਾਤਾਰ ਅਨੁਸ਼ਾਸਨ ਭੰਗ ਕਰਦੇ ਆ ਰਹੇ ਆ, ਤੇ ਫਿਰ ਹਜੇ ਤੱਕ ਅਨੁਸ਼ਾਸਨਿਕ ਕਾਰਵਾਈ ਕੀਤੀ ਕਿਉਂ ਨਹੀਂ? ਦੂਸਰੀ ਗੱਲ, ਜਦੋਂ ਤੁਸੀਂ ਕਹਿੰਦੇ ਹੋ, ਨਵਜੋਤ ਸਿੰਘ ਸਿੱਧੂ ਨੇ ਉਸ ਦਿਨ ਬੜੀ ਵਧੀਆ ਗੱਲ ਕਹੀ ਸੀ, ਜਿਸ ਦਿਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਅਹੁਦਾ ਸੰਭਾਲਿਆ ਸੀ, ਜਦੋਂ ਉਹਨਾਂ ਨੇ 3Ds ਦੀ ਗੱਲ ਕੀਤੀ ਸੀ, ਉਹਨਾਂ ਚੋਂ ਇੱਕ ਡਿਸਪਲਿਨ ਦੀ ਗੱਲ ਕੀਤੀ ਸੀ। ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਡਿਸਪਲਿਨ ਇੱਕ ਧੜੇ ਤੇ ਨਾ ਲਾਗੂ ਕਰੋ, ਸਾਰਿਆਂ ਤੇ ਲਾਗੂ ਕਰੋ, ਸਾਰਿਆਂ ਨੂੰ ਇੱਕੋ ਦਾਇਰੇ 'ਚ ਰੱਖੋ। ਤੇ ਅੱਜ ਉਹ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਹੀ ਹੋਈ ਸੀ ਡੱਲਾ ਜੀ, ਉਹ ਬਿਲਕੁਲ ਸਾਹਮਣੇ ਆ ਗਈ। ਕਿਸ ਤਰ੍ਹਾਂ ਆਪਣੇ ਵਿਰੋਧੀਆਂ ਨੂੰ ਠਿੱਬੀ ਲਾਉਣਾ ਚਾਹੁੰਦੇ ਆ, ਉਹ ਨਜ਼ਰ ਆ ਗਈ ਹੈ। ਤੇ ਕਿਸ ਤਰ੍ਹਾਂ ਅੰਦਰ ਖਾਤੇ ਕਾਂਗਰਸ ਡਰੀ ਹੋਈ ਆ, ਖਾਸ ਤੌਰ ਤੇ ਜਿਹੜੇ ਨਵੇਂ ਲੀਡਰ ਥਾਪੇ ਗਏ ਨੇ, ਕਿਉਂਕਿ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਮਿਲ ਰਿਹਾ, ਟਰੈਕਸ਼ਨ ਨਹੀਂ ਮਿਲ ਰਹੀ। ਦਿਨੋਂ ਦਿਨ ਨਵਜੋਤ ਸਿੰਘ ਸਿੱਧੂ ਦੀਆਂ ਆਪਣੀਆਂ ਸਰਗਰਮੀਆਂ ਵੱਧ ਰਹੀਆਂ ਨੇ ਤੇ ਇਹਨਾਂ ਸਰਗਰਮੀਆਂ ਨੂੰ ਲੈ ਕੇ ਉਹ ਡਰੇ ਹੋਏ ਨੇ। ਤੁਹਾਨੂੰ ਯਾਦ ਹੋਣਾ, ਪਹਿਲਾਂ ਵੀ ਰਾਜਾ ਵੜਿੰਗ ਹੋਣਾ ਦੀ ਇੱਕ ਟਿੱਪਣੀ ਆਈ ਸੀ, ਉਹ ਕਹਿੰਦੇ ਠੀਕ ਹੈ ਜੇ ਤੁਸੀਂ ਕੰਮ ਕਰਦੇ ਹੋ ਕਾਂਗਰਸ ਲਈ ਫਿਰ ਤਾਂ ਬਹੁਤ ਵਧੀਆ, ਪਰ ਆਪਣੇ ਆਪ ਨੂੰ ਇੰਡੀਵਿਜੂਅਲੀ ਮਜ਼ਬੂਤ ਨਾ ਕਰੋ। ਹੁਣ ਉਹਨਾਂ ਨੂੰ ਕੋਈ ਪੁੱਛੇ ਕਿ ਇੰਡੀਵਿਜੂਅਲੀ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੁੰਦਾ ਤੇ ਪਾਰਟੀ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ,
ਇਹ ਡੈਫੀਨੇਸ਼ਨ ਉਹਨਾਂ ਦੀ ਹੋ ਸਕਦੀ ਆ। ਅੱਜ ਵੈਸੇ ਉਹ ਚਿੱਠੀ ਤੇ ਖੁੱਲ ਕੇ ਬੋਲ ਵੀ ਨਹੀਂ ਸੀ ਰਹੇ, ਕੀਤਾ ਵੀ ਸਾਰਾ ਕੁਛ ਆ, ਚਾਹੁੰਦੇ ਵੀ ਸਭ ਕੁਛ ਆ, ਲੇਕਿਨ ਇੱਕ ਜਿਹੜੀ ਲੀਡਰਸ਼ਿਪ ਦੇ ਵਿੱਚ ਇੱਕ ਹਿੰਮਤ ਹੋਣੀ ਚਾਹੀਦੀ ਹੈ, ਉਹ ਵੀ ਉਹਨਾਂ ਦੇ ਵਿੱਚ ਦਿਖਾਈ ਨਹੀਂ ਸੀ ਦੇ ਰਹੀ। ਅਗਲੀ ਗੱਲ ਤੇ ਆਉਂਦੇ ਆ, ਤੁਸੀਂ ਉਸ ਚਿੱਠੀ ਦੀ ਇਬਾਰਤ ਦੇਖੋ, ਉਸ ਚਿੱਠੀ ਦੀ ਭਾਸ਼ਾ ਦੇਖੋ। ਪਹਿਲੇ ਪੈਰੇ ਦੇ ਵਿੱਚ ਇਹ ਕਿਹਾ ਗਿਆ ਕਿ ਦੇਖੋ, ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਪਾਰਟੀ ਦੇ, ਆਪਣੀ ਗਵਰਨਮੈਂਟ ਦੇ ਖਿਲਾਫ ਬੋਲਦੇ ਆ, ਖਾਸ ਤੌਰ ਤੇ 75-25 ਦੀ ਗੱਲ ਕਰਦੇ ਆ। ਫੇਰ ਕਹਿੰਦੇ ਆ ਕਿ ਉਹ ਕਹਿੰਦੇ ਨੇ ਕਿ ਦੇਖੋ ਇਹਨਾਂ ਨੇ ਪੈਸੇ ਖਰਚਤੇ, ਇਹ ਸਾਰੀਆਂ ਚੀਜ਼ਾਂ, ਜਾਂ ਇਹਨਾਂ ਦੇ ਵਿੱਚ ਕਰਪਸ਼ਨ ਬਹੁਤ ਆ। ਤੇ ਫਿਰ ਤੁਸੀਂ ਉਹ ਜਿਹੜੇ ਵਿਅਕਤੀ ਜਿਨ੍ਹਾਂ ਖਿਲਾਫ ਉਹ ਬੋਲਦੇ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਤੁਸੀਂ ਆਪ ਹੀ ਬਾਹਰ ਦਾ ਰਾਹ ਦਿਖਾਇਆ ਸੀ। 75-25 ਦੀ ਗੱਲ ਤਾਂ ਤੁਸੀਂ ਉਹੀ ਕਰਦੇ ਸੀ। ਜਦੋਂ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਸੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਨਾਲ ਸੀ ਬਠਿੰਡੇ ਦੇ ਵਿੱਚ, ਗੱਲ ਉੱਥੋਂ ਹੀ ਸ਼ੁਰੂਆਤ ਹੋਈ ਸੀ। ਤੇ ਅੱਜ ਉਹੀ ਗੱਲਾਂ ਮਿਲ ਕੇ ਲੱਗਦਾ, ਇਸ ਤਰ੍ਹਾਂ ਲੱਗਦਾ ਕਿ ਕਾਂਗਰਸ ਬਿਲਕੁਲ ਕਨਫਿਊਜ਼ਡ ਆ। ਇਹਨੂੰ ਕੋਈ ਕਿਸੇ ਤਰ੍ਹਾਂ ਦਾ ਰੋਡ ਮੈਪ ਨਹੀਂ ਨਜ਼ਰ ਆ ਰਿਹਾ। ਸਾਰੀਆਂ ਪਾਰਟੀਆਂ ਇਹ ਕੋਸ਼ਿਸ਼ ਕਰਨੀ, ਜਦਕਿ ਕਾਂਗਰਸ ਦੀ ਕੋਸ਼ਿਸ਼ ਹੋਣੀ ਚਾਹੀਦੀ ਸੀ ਕਿ ਆਮ ਆਦਮੀ ਪਾਰਟੀ ਨਾਲ ਕਿਸ ਤਰ੍ਹਾਂ ਲੜਿਆ ਜਾਵੇ, ਵਿਰੋਧ ਕਿਸ ਤਰ੍ਹਾਂ ਕੀਤਾ ਜਾਵੇ, ਜਾਂ ਆਪਣੇ ਆਪ ਨੂੰ ਵਿਰੋਧੀ ਧਿਰ ਦੇ ਤੌਰ ਤੇ ਕਿੱਦਾਂ ਸਥਾਪਿਤ ਕੀਤਾ ਜਾਵੇ, ਜਾਂ ਭਾਜਪਾ ਨਾਲ ਕਿੱਦਾਂ ਨੈਸ਼ਨਲ ਲੈਵਲ ਤੇ ਲੜਿਆ ਜਾਵੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ, ਜਿਸ ਤਰ੍ਹਾਂ ਤੁਸੀਂ ਵੀ ਪਹਿਲਾਂ ਕਿਹਾ ਕਿ ਕਦੇ ਸੁਨੀਲ ਜਾਖੜ ਨੂੰ ਫੜ ਲੈਂਦੇ ਆ। ਅੱਛਾ, ਤੁਸੀਂ ਉਹਦੇ ਵਿੱਚ ਵੀ ਦੇਖੋ ਕਿੱਡੀ ਹਾਸੋਹੀਣੀ ਗੱਲ ਹੈ ਇਹਨਾਂ ਦੀ ਕਾਂਗਰਸ ਦੀ, ਕਿ ਉਹਨਾਂ ਨੂੰ ਪਹਿਲਾਂ ਤਾਂ ਡਿਸਪਲਿਨਰੀ ਜਿਹੜੀ ਕਮੇਟੀ ਆ, ਉਹ ਕਹਿੰਦੀ ਹੈ ਕਿ ਇਹਨਾਂ ਨੂੰ 2 ਸਾਲ ਲਈ ਬਾਹਰ ਕੱਢ ਦਿੰਦੇ ਆ, ਫਿਰ ਸੋਨੀਆ ਗਾਂਧੀ ਆਪ ਹੀ ਛੱਡ ਦਿੰਦੇ ਆ। ਅੱਛਾ, ਉਸ ਤੋਂ ਬਾਅਦ ਉਹਨਾਂ ਨੂੰ ਯਾਦ ਆਉਂਦਾ ਵੀ ਕੁਛ ਤਾਂ ਕਰੀਏ, ਉਹ ਕਹਿੰਦੇ ਜੀ ਅੱਛਾ ਏਦਾਂ ਕਰੋ, ਇਹਨਾਂ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰ ਦਿਓ। ਕੋਈ ਪੁੱਛਣ ਵਾਲਾ ਹੋਵੇ ਕਿ ਕੋਈ ਅਹੁਦਾ ਉਹਨਾਂ ਕੋਲ ਹੈ ਵੀ ਹੈ ਜਾਂ ਨਹੀਂ ਹੈ। ਯਾਨੀ ਕਿ ਏਦਾਂ ਨਹੀਂ ਲੱਗ ਰਿਹਾ ਕਿ ਲੈਫਟ ਹੈਂਡ ਡਜ਼ਨਟ ਨੋ ਵਾਟ ਰਾਈਟ ਹੈਂਡ ਇਜ਼ ਡੂਇੰਗ। ਉਹ ਇਸ ਤਰ੍ਹਾਂ ਹਰ ਕੋਈ ਆਪਣੀ ਆਪਣੀ ਚਲਾ ਰਿਹਾ। ਤੇ ਜਿਹੜੇ ਇਨਡਿਸਪਲਿਨ ਦੀਆਂ ਗੱਲਾਂ, ਉਹ ਤੁਸੀਂ ਦੇਖੋ ਕਿ ਕਿੰਨੇ ਵੱਖਰੇ ਵੱਖਰੇ ਲੋਕਾਂ ਨੇ, ਅਸੀਂ ਕਈ ਵਾਰੀ ਪਹਿਲਾਂ ਵੀ ਐਗਜ਼ਾਮਪਲ ਦਿੱਤੀਆਂ, ਉਹਨਾਂ ਨੇ ਕੀਤੀਆਂ। ਸੋ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤੇ ਇਹ ਸਾਰੀ ਇੱਕ ਉਹ ਕਵਾਇਦ ਆ ਕਿ ਇੱਕ ਦੂਸਰੇ ਨੂੰ ਅਸੀਂ, ਹਾਂਜੀ, ਖਿੱਚੋਤਾਣ ਦੀ ਗੱਲ ਚੱਲ ਰਹੀ ਹੈ ਕਿਤੇ ਨਾ ਕਿਤੇ। ਅੱਛਾ, ਪਰ ਮੈਂ ਇੱਕ ਚੀਜ਼ ਦੇਖਦਾ, ਇਹ ਗੱਲ ਬਹੁਤ ਮੀਡੀਆ 'ਚ ਬਾਰ-ਬਾਰ ਆ ਰਹੀ ਹੈ ਕਿ ਰਾਜਾ ਵੜਿੰਗ ਹਜੇ ਤੱਕ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵੀ ਜਾ ਕੇ ਮਿਲੇ ਨਹੀਂ। ਮੈਂ ਮਹਿਸੂਸ ਕਰਦਾ ਸੀ, ਪਹਿਲਾਂ ਉਹ ਸਾਰਿਆਂ ਵੱਲ ਜਾ ਰਹੇ ਸੀ। ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਫੋਨ ਵੀ ਕੀਤੇ ਰਾਜਾ ਵੜਿੰਗ ਨੇ, ਔਰ ਨਵਜੋਤ ਸਿੰਘ ਸਿੱਧੂ ਚਲੇ ਵੀ ਗਏ, ਸਮਾਗਮ ਤੇ ਗਏ ਨੇ। ਹੁਣ ਕਈ ਲੋਕ ਇਸ ਗੱਲ ਦਾ ਇਤਰਾਜ਼ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਸਮਾਗਮ 'ਚ ਜ਼ਿਆਦਾ ਦੇਰ ਬੈਠੇ ਨਹੀਂ। ਮੈਂ ਕਈ ਚੈਨਲਾਂ ਤੇ ਦੇਖ ਰਿਹਾ ਸੀ, ਕਹਿੰਦੇ ਨਵਜੋਤ ਸਿੰਘ ਸਿੱਧੂ ਮੰਚ ਤੇ ਨਹੀਂ ਗਏ। ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਚਲੇ ਗਏ, ਰਾਜਾ ਵੜਿੰਗ ਨੂੰ ਮਿਲੇ, ਉਹਨਾਂ ਨੂੰ ਮੁਬਾਰਕਬਾਦ ਪੇਸ਼ ਕੀਤੀ, ਇਹ ਖਬਰਾਂ ਮੀਡੀਆ 'ਚ ਆਈਆਂ ਨੇ। ਹੋ ਸਕਦਾ ਨਵਜੋਤ ਸਿੰਘ ਸਿੱਧੂ ਪਰਹੇਜ਼ ਕਰਦੇ ਹੋਣ, ਕਿਉਂਕਿ ਜਿਸ ਦਿਨ ਕਾਂਗਰਸ ਦਾ ਧਰਨਾ ਸੀ ਉਸ ਦਿਨ ਵੀ ਨਵਜੋਤ ਸਿੰਘ ਸਿੱਧੂ ਗਏ ਸੀ। ਤੇ ਉਸ ਦਿਨ ਤੁਸੀਂ ਦੇਖੋ, ਉੱਥੇ ਕਾਂਗਰਸ ਦੇ ਹੀ ਇੱਕ ਯੂਥ ਨੌਜਵਾਨ ਆਗੂ ਨੇ ਨਵਜੋਤ ਸਿੰਘ ਸਿੱਧੂ ਸਾਹਮਣੇ ਹੀ ਸਵਾਲ ਖੜੇ ਕਰਤੇ। ਉਹ ਵੀ ਇੱਕ ਤਰੀਕੇ ਦਾ ਆਪਸ 'ਚ, ਜਿਹੜਾ ਇੱਕ ਲੀਡਰ ਜਦੋਂ ਬੋਲ ਰਿਹਾ ਦੂਸਰਾ ਲੀਡਰ ਖੜੇ ਹੋ ਕੇ ਸਵਾਲ ਚੱਕਣ ਲੱਗ ਜੇ, ਉਹ ਵੀ ਦੇਖਣ ਨੂੰ ਕੋਈ ਬਾਹਲੀ ਅਨੁਸ਼ਾਸਨ ਵਾਲੀ ਗੱਲ ਲੱਗਦੀ ਨਹੀਂ। ਉਦੋਂ ਰਾਜਾ ਵੜਿੰਗ ਵੀ ਉੱਥੇ ਮੌਜੂਦ ਸੀ। ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੇ ਸੋਚਿਆ ਹੋਣਾ ਕਿ ਮੈਂ ਰਾਜਾ ਵੜਿੰਗ ਨੂੰ ਜਾ ਕੇ ਸਮਾਗਮ ਵੇਲੇ ਉੱਥੇ ਵਧਾਈਆਂ ਦੇਵਾਂ, ਤੇ ਉਹਨਾਂ ਨੇ ਜਾਣਾ ਵੀ ਸੀ। ਉਹਨਾਂ ਦਾ ਪ੍ਰੋਗਰਾਮ ਸੀਗਾ ਮਾਨਸਾ ਦੇ, ਉੱਥੇ ਇੱਕ ਕਿਸਾਨ ਨੇ ਆਤਮ ਹੱਤਿਆ ਕੀਤੀ ਸੀ, ਉਹਨਾਂ ਦੇ ਪਰਿਵਾਰ ਕੋਲੇ ਜਾਣਾ ਸੀ ਉੱਥੇ, ਜਦਕਿ ਉਹ ਇੱਕ ਕਿਸਾਨ ਨੇ ਜਿਹਨੇ ਆਤਮ ਹੱਤਿਆ ਕੀਤੀ, ਉਹਦੇ ਅੰਤਿਮ ਸੰਸਕਾਰ 'ਚ ਵੀ ਉਹਨਾਂ ਨੇ ਹਿੱਸਾ ਲਿਆ। ਹੋ ਸਕਦਾ ਹੈ ਕੋਈ ਉਹਨਾਂ ਦੀ ਜਾਣਕਾਰੀ 'ਚ ਹੋਣ ਜਾਂ ਉਹਨਾਂ ਦੇ ਜਾਣਕਾਰ ਹੋਣੇ, ਤਾਂ ਚਲੋ ਇੱਕ ਵੱਖਰਾ ਵਿਸ਼ਾ ਰਿਸਰਚ ਦਾ। ਰਾਜਾ ਵੜਿੰਗ, ਮੈਂ ਅਕਸਰ ਕਈ ਵਾਰੀ ਕਹਿਣਾ, ਰਾਜਾ ਵੜਿੰਗ ਇੰਨਾ ਸਤਿਕਾਰ ਕਰਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ, ਉਹਨਾਂ ਦੀ ਗੱਡੀ ਦਾ ਸਟੀਅਰਿੰਗ ਉਹ ਫੜ ਲੈਂਦੇ ਸੀ, ਮੈਂ ਆਪ ਦੇਖਿਆ। ਇੱਕ ਮੁਹੱਬਤ ਸੀ ਰਾਜਾ ਵੜਿੰਗ ਦੀ ਨਵਜੋਤ ਸਿੰਘ ਸਿੱਧੂ ਲਈ, ਔਰ ਨਵਜੋਤ ਸਿੰਘ ਸਿੱਧੂ ਦੀ ਵੀ ਰਾਜਾ ਵੜਿੰਗ ਲਈ ਛੋਟੇ ਭਰਾ ਵਰਗਾ ਪਿਆਰ ਹੈ। ਫਿਰ ਮੈਨੂੰ ਇਹ ਲੱਗਦਾ ਵੀ ਇਹਦੇ ਪਿੱਛੇ ਕਨਫਿਊਜ਼ਨ ਹੈ। ਇਹ ਕਹਿ ਦੇਣਾ ਕਈ ਲੀਡਰਾਂ ਦਾ ਕਿ ਨਵਜੋਤ ਸਿੰਘ ਸਿੱਧੂ ਪੈਰਲਲ ਪ੍ਰੋਗਰਾਮ ਚਲਾ ਰਹੇ ਨੇ, ਕਿ ਕੋਈ ਕਾਂਗਰਸ ਜਿਹਾ ਜ਼ਾਬਤਾ ਹੈ ਮਨਪ੍ਰੀਤ ਜੀ ਕਿ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਕਿਸੇ ਦੀ ਸਹਿਮਤੀ ਦੇ ਨਾਲ ਕੀਤੇ ਜਾਣ, ਕਿ ਸਾਰੇ ਲੀਡਰ ਕੀ ਪ੍ਰਧਾਨ ਦੀ ਸਹਿਮਤੀ ਦੇ ਨਾਲ ਹੀ ਸਾਰੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਦੇ ਨੇ? ਕੋਈ ਇਹੋ ਜਿਹਾ ਜ਼ਾਬਤਾ ਕੀ ਕਾਂਗਰਸ ਹੈ ਤੁਹਾਡੀ ਨਜ਼ਰ ਦੇ ਵਿੱਚ? ਕੋਈ ਟਿਪਸ ਤੁਸੀਂ ਦੇਣਾ ਚਾਹੋ ਕਾਂਗਰਸ ਪਾਰਟੀ ਕਰੇ ਕੀ? ਕੋਈ ਇਹੋ ਜਿਹਾ ਜ਼ਾਬਤਾ ਬਣ ਜਾਏ, ਸੋਸ਼ਲ ਮੀਡੀਆ ਤੇ ਆ ਜਾਏ, ਅਖਬਾਰਾਂ 'ਚ ਛਪ ਜਾਏ, ਤਾਂ ਕਿ ਸਾਰੇ ਲੋਕ ਉਹਨੂੰ ਫੋਲੋ ਕਰਨ, ਡਿਸਪਲਿਨ ਤੇ ਵੀ ਕੋਈ ਅਜਿਹਾ ਜ਼ਾਬਤਾ ਬਣ ਜਾਏ? ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਡੱਲਾ ਜੀ, ਅਸੀਂ ਕਾਂਗਰਸ ਨੂੰ ਕਿਸੇ ਤਰ੍ਹਾਂ ਦੀ ਕੋਈ ਟਿਪਸ ਨਹੀਂ ਦੇਣਾ, ਨਾ ਤਾਂ ਦੇ ਸਕਦੇ, ਨਾ ਹੀ ਦੇਣਾ ਚਾਹੁੰਦੇ ਆ, ਕਿਉਂਕਿ ਇਹ ਪਾਰਟੀ ਇਹਨਾਂ ਨੇ ਚਲਾਉਣੀ ਆ। ਕਿਸ ਤਰ੍ਹਾਂ ਚਲਾਉਣੀ ਆ, ਲੋਕਾਂ ਦੇ ਭਲੇ ਲਈ ਕਿਸ ਤਰ੍ਹਾਂ ਚਲਾਉਣੀ ਆ, ਪਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ
ਕਿਉਂਕਿ ਇਹ ਪਾਰਟੀ ਸੱਤਾ ਚੋਂ ਇਸੇ ਕਰਕੇ ਬਾਹਰ ਹੋਈ ਹੈ ਕਿਉਂਕਿ ਇਹ ਬਿਲਕੁਲ ਕਨਫਿਊਜ਼ਡ ਪਾਰਟੀ ਹੈ। ਇਹਨਾਂ ਨੂੰ ਪਤਾ ਹੀ ਨਹੀਂ ਕਿ ਲੋਕ ਚਾਹੁੰਦੇ ਕੀ ਆ। ਆਪਸ ਦੇ ਵਿੱਚ ਲੜੀ ਭਿੜੀ ਜਾਂਦੇ ਆ। ਲੋਕ ਕੀ ਚਾਹੁੰਦੇ ਨੇ, ਸਰਕਾਰ ਕੀ ਕਰ ਰਿਹਾ, ਉਸ ਗੱਲ ਤੇ ਇਹਨਾਂ ਦੀ ਬਿਲਕੁਲ ਨਜ਼ਰ ਨਹੀਂ ਹੈ। ਹੁਣ ਸੁਨੀਲ ਜਾਖੜ ਉਹ 3 ਕਾਨਫਰੰਸਿਸ ਕਰਨ ਜਾ ਰਹੇ ਆ। ਉਹਨਾਂ ਨੇ ਕਿਹਾ ਕਿ ਮੈਂ 3 ਵੱਡੀਆਂ ਕਾਨਫਰੰਸਿਸ ਕਰੂੰਗਾ। ਮੈਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਦੇ ਖੁਲਾਸੇ ਕਰਦੇ ਨੇ, ਪਰ ਸੁਨੀਲ ਜਾਖੜ ਨੇ ਵੀ ਦੇਖਿਆ ਕਿ ਇਹ ਉਹ ਪਾਰਟੀ ਆ ਜਿਸ ਦੇ ਵਿੱਚ ਉਹ तमाम ਉਮਰ ਰਹੇ ਨੇ। ਅੱਜ 68 ਵਰਿਆਂ ਦੇ ਉਹ ਹੋ ਗਏ ਆ, ਲੇਕਿਨ ਇਸ ਪਾਰਟੀ ਨੇ ਉਹਨਾਂ ਦਾ ਗੁਣ ਨਹੀਂ ਜਾਣਿਆ। ਹਾਲਾਂਕਿ ਉਹ ਸਿਆਸਤ ਤੋਂ, ਐਕਟਿਵ ਪੋਲਿਟਿਕਸ ਤੋਂ ਦੂਰ ਵੀ ਹੋ ਗਏ ਸੀ, ਇਸ ਦੇ ਬਾਵਜੂਦ ਵੀ ਉਹਨਾਂ ਨੂੰ ਬਾਰ-ਬਾਰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਡਰ ਇਹਨਾਂ ਨੂੰ ਇਹੀ ਆ, ਡਰ ਇਹ ਹੈ ਕਿ ਇਹ ਉਹ ਲੀਡਰ ਆ ਜਿਹਨੂੰ 42 ਵੋਟਾਂ ਪੈ ਕੇ ਸਾਰੇ ਲੋਕਾਂ ਨੇ ਕਿਹਾ ਸੀ ਕਿ ਇਹਨੂੰ ਮੁੱਖ ਮੰਤਰੀ ਬਣਾਓ, ਸੋ ਇਸ ਨੂੰ ਵੀ ਪਾਸੇ ਕਰ ਦਿਓ। ਜੇ ਨਵਜੋਤ ਸਿੰਘ ਸਿੱਧੂ ਦੀ ਕਿਸੇ ਤਰ੍ਹਾਂ ਦੀ ਪਪੂਲੈਰਿਟੀ ਆਉਂਦੀ ਆ ਜਾਂ ਨਵਜੋਤ ਸਿੰਘ ਸਿੱਧੂ ਮਾਫੀਆ ਦੇ ਖਿਲਾਫ ਬੋਲਦੇ ਨੇ, ਕੋਈ ਚੰਗੇ ਪ੍ਰਸ਼ਾਸਨ ਦੇ ਖਿਲਾਫ ਦੇ ਹੱਕ ਵਿੱਚ ਬੋਲਦੇ ਨੇ, ਤੇ ਉਸ ਨੂੰ ਵੀ ਪਾਸੇ ਕਰ ਦਿਓ। ਜੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਪੈਸਾ ਕਿੱਥੋਂ ਆਊਗਾ, ਇਕਨੋਮੀ ਨੂੰ ਕਿੱਦਾਂ ਸੁਧਾਰਨਾ, ਜੇ ਆਪਣੀ ਸਰਕਾਰ ਤੇ ਚਾਹੇ ਉਹ ਸਵਾਲ ਖੜੇ ਕਰਦੇ ਆ, ਲੇਕਿਨ ਉਸ ਨੂੰ ਵੀ ਪਾਸੇ ਕਰ ਦਿਓ। ਸੋ ਬੇਸਿਕਲੀ ਤਾਂ ਇਹਨਾਂ ਦਾ ਆਪਣਾ ਸਰਵਾਈਵਲ ਦਾ ਮਸਲਾ। ਮਨਪ੍ਰੀਤ ਜੀ, 2 ਵੱਡੇ ਮਸਲੇ ਨੇ। ਇੱਕ ਤਾਂ ਹੈ ਕੁਮਾਰ ਵਿਸ਼ਵਾਸ ਦਾ ਮਸਲਾ, ਔਰ ਦੂਸਰਾ ਹੈ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ। ਸੁਪਰੀਮ ਕੋਰਟ ਨੇ ਸਮਾਂ ਦਿੱਤਾ ਹੈ ਕਿ 2 ਮਹੀਨਿਆਂ 'ਚ ਕੇਂਦਰ ਸਰਕਾਰ ਫੈਸਲਾ ਕਰੇ। ਤੇ ਕੁਮਾਰ ਵਿਸ਼ਵਾਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਸੀ, ਜੁਲਾਈ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਹੈ। ਕੁਮਾਰ ਵਿਸ਼ਵਾਸ ਦੇ ਪੂਰੇ ਮਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ, ਔਰ ਇਹਦੇ 'ਚ ਹੁਣ ਅੱਗੇ ਕੀ ਕੀ ਹੋ ਸਕਦਾ ਹੈ? ਕੁਮਾਰ ਵਿਸ਼ਵਾਸ ਨੂੰ ਇਹ ਕਿੱਡੀ ਕੁ ਵੱਡੀ ਰਿਲੀਫ ਹੈ? ਮੈਨੂੰ ਲੱਗਦਾ ਕਿ ਦੇਖੋ, ਕੁਮਾਰ ਵਿਸ਼ਵਾਸ ਨੇ ਜਿਸ ਤਰ੍ਹਾਂ ਦੀ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ, ਔਰ ਜਿਸ ਤਰ੍ਹਾਂ ਨੇ ਉਹਨਾਂ ਨੇ ਪਟੀਸ਼ਨ ਦੇ ਵਿੱਚ ਆਪਣੀ ਪ੍ਰੇਅਰ ਦੇ ਵਿੱਚ ਕਿਹਾ ਸੀ ਕਿ ਉਹਨਾਂ ਦੇ ਇਹ ਜਿਹੜੀ ਸਾਰੀ ਕਾਰਵਾਈ ਹੋ ਰਹੀ ਹੈ ਜਾਂ FIR ਵੀ ਦਰਜ ਹੋਈ ਹੈ, ਉਹ ਇੱਕ ਪੋਲੀਟੀਕਲ ਵੈਂਡੇਟਾ ਹੈ, ਸਿਆਸੀ ਜਿਵੇਂ ਬਦਲਾਖੋਰੀ ਦੀ ਨੀਤੀ ਹੈ। ਔਰ ਲੱਗਦਾ ਹੀ ਸੀ ਕਿ ਉਹਨਾਂ ਦੀ ਇਸ ਕੇਸ ਦੇ ਉੱਤੇ ਸੁਣਵਾਈ ਜਦੋਂ ਹੋਏਗੀ ਤੇ ਉਹਨਾਂ ਨੂੰ ਰਾਹਤ ਮਿਲੇਗੀ, ਤੇ ਉਸੇ ਤਰ੍ਹਾਂ ਦੀ ਗੱਲ ਹੋਈ। ਜਸਟਿਸ ਅਨੂਪ ਚਿਤਕਾਰਾ ਨੇ ਨਾ ਕੇਵਲ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਤੇ ਰੋਕ ਲਾਤੀ ਹੈ, ਬਲਕਿ ਇਸ ਗੱਲ ਦੀ ਵੀ ਸਟੇ ਕਰਤੀ ਹੈ ਕਿ ਇਸ ਜਿਹੜੀ FIR ਸੀ ਉਹਦੀਆਂ ਪ੍ਰੋਸੀਡਿੰਗਸ ਤੇ ਵੀ ਸਟੇ ਕਰਤੀ ਹੈ, ਯਾਨੀ ਕਿ ਉਸ ਨੂੰ ਵੀ ਅੱਗੇ ਨਹੀਂ ਵਧਾਇਆ ਜਾ ਸਕਦਾ। ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਕਿਸ ਤਰ੍ਹਾਂ ਦੀਆਂ ਪਲੀ ਦੇ ਕੇ ਜਿਹੜੀ ਪੰਜਾਬ ਪੁਲਿਸ ਆ ਉਹ ਅੱਗੇ ਵੱਧਦੀ ਆ। ਇੱਕ ਚੀਜ਼ ਤੁਸੀਂ ਦੇਖੋ, 12 ਅਪ੍ਰੈਲ ਜੀ ਪ੍ਰੋਸੀਡਿੰਗਸ ਤੇ ਸਟੇ ਕਰਨ ਦਾ ਮਤਲਬ ਹੈ ਕਿ ਹੁਣ ਉਸ FIR ਤੇ ਕੋਈ ਫਰਦਰ ਇਨਵੈਸਟੀਗੇਸ਼ਨ ਨਹੀਂ ਪੁਲਿਸ ਕਰ ਸਕਦੀ ਜੀ। ਉਹਨਾਂ ਨੂੰ ਪ੍ਰੋਸੀਡਿੰਗ ਤੇ ਸਟੇ ਮਤਲਬ ਆ ਕਿ ਉਹਨਾਂ ਤੇ FIR ਨੂੰ ਲੈ ਕੇ ਪੁਲਿਸ ਉਹਨਾਂ ਨੂੰ ਬੁਲਾ ਕੇ ਪੁੱਛਗਿੱਛ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਕੋਰਟ ਦਾ ਕੋਈ ਨਵਾਂ ਆਰਡਰ ਨਹੀਂ ਆ ਜਾਂਦਾ। ਕਿਉਂਕਿ ਕੀ ਹੁੰਦਾ ਕਿ ਇਹਨਾਂ ਕੇਸਾਂ ਨੂੰ ਦਾਇਰ ਕਰਕੇ ਬਾਰ-ਬਾਰ ਤੁਸੀਂ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਬੁਲਾਉਂਦੇ ਹੋ, ਉਹਨਾਂ ਨੂੰ ਜਾਣ ਬੁੱਝ ਕੇ ਖਰਾਬ ਕਰਦੇ ਹੋ, ਹਿਊਮਿਲੇਟ ਕਰਦੇ ਹੋ। ਇਹਨਾਂ ਕੇਸਾਂ ਦਾ ਮਤਲਬ ਹੀ ਇਹ ਹੁੰਦਾ। ਹੁਣ ਤੁਸੀਂ ਦੇਖੋ, ਜਿਹੜੀ ਸਟੇਟਮੈਂਟ ਜਿਸ ਦੀ ਗੱਲ ਹੋ ਰਹੀ ਹੈ, ਉਹ ਸਟੇਟਮੈਂਟ ਦਿੱਤੀ ਗਈ ਸੀ ਮੁੰਬਈ ਦੇ ਵਿੱਚ, ਬੰਬੇ ਦੇ ਵਿੱਚ, ਕੁਮਾਰ ਵਿਸ਼ਵਾਸ ਵੱਲੋਂ, ਔਰ ਕੇਸ ਕਿੱਥੇ ਦਰਜ ਹੁੰਦਾ? ਪੰਜਾਬ ਦੇ ਵਿੱਚ। ਇਸੇ ਤਰ੍ਹਾਂ ਤੁਸੀਂ ਅਲਕਾ ਲਾਂਬਾ ਤੇ ਦੇਖ ਲਓ, ਹੋਰ ਵੀ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਦੇ ਵੀ ਆਗੂ ਸੀ, ਤੇਜਿੰਦਰ ਬੱਗਾ ਸੀ, ਪ੍ਰੀਤੀ ਗਾਂਧੀ ਸੀ, ਇੱਕ ਨਰੇਸ਼ ਕੁਮਾਰ ਜਿੰਦਲ ਸੀ, ਇਹਨਾਂ ਤੇ ਵੀ ਕੇਸ ਇਸੇ ਤਰ੍ਹਾਂ ਹੁੰਦੇ ਆ। ਹੁਣ ਤੁਸੀਂ ਇਹਦਾ ਇੱਕ ਦੂਸਰਾ ਰੂਪ ਦੇਖੋ, 26 ਅਪ੍ਰੈਲ ਨੂੰ ਜਿਸ ਦਿਨ MOU ਸਾਈਨ ਹੁੰਦਾ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਇੰਪੀਰੀਅਲ ਹੋਟਲ ਦੇ ਵਿੱਚ, ਉੱਥੇ ਇੱਕ ਪੱਤਰਕਾਰ ਨੇ, ਨਰੇਸ਼ ਵਤਸ, ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਬਾਹਰ ਪੰਜਾਬ ਪੁਲਿਸ ਉਹਨਾਂ ਨੂੰ ਰੋਕਦੀ ਆ, ਉਹਨਾਂ ਨਾਲ ਕੁੱਟਮਾਰ ਹੁੰਦੀ ਆ। ਬਾਅਦ ਦੇ ਵਿੱਚ ਪੰਜਾਬ ਪੁਲਿਸ ਤੇ ਕੇਸ ਦਰਜ ਕਰਦੀ ਹੈ ਦਿੱਲੀ ਪੁਲਿਸ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਬੁਲਾਇਆ ਵੀ ਜਾ ਸਕਦਾ। ਅਰਵਿੰਦ ਕੇਜਰੀਵਾਲ ਤੇ ਨਾਲ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਉੱਥੇ ਹੁੰਦੇ, ਉਹਨਾਂ ਦੇ ਧਿਆਨ ਦੇ ਵਿੱਚ ਮਸਲਾ ਲਿਆਇਆ ਜਾਂਦਾ, ਪਰ ਕੁਝ ਨਹੀਂ ਕਰਦੇ। ਸੋ ਇੱਕ ਪਾਸੇ ਤਾਂ ਤੁਸੀਂ ਨੋਟਿਸਿਸ ਜਾ ਕੇ ਉੱਥੇ ਲਾਉਨੇ ਹੋ, ਤੁਹਾਡੇ ਤੇ ਪਹਿਲੇ ਹੀ ਇਲਜ਼ਾਮ ਆ ਕਿ ਤੁਸੀਂ ਪੰਜਾਬ ਪੁਲਿਸ ਦਾ ਦੁਰਵਰਤੋਂ ਕਰ ਰਹੇ ਹੋ, ਔਰ ਦੂਸਰੇ ਪਾਸੇ ਤੁਸੀਂ ਪੱਤਰਕਾਰਾਂ ਨਾਲ ਵੀ ਦੁਰਵਿਵਹਾਰ ਕਰਦੇ ਹੋ। ਇਹ ਸਾਰਾ ਕੁਝ ਡੱਲਾ ਜੀ ਪੰਜਾਬ ਪੁਲਿਸ ਨੂੰ ਕਿਤੇ ਨਾ ਕਿਤੇ ਉਹਨਾਂ ਦਾ ਅਕਸ ਖਰਾਬ ਕਰ ਰਿਹਾ, ਔਰ ਇਸ ਦੀ ਜਿਹੜੀ ਦੁਰਵਰਤੋਂ ਆ, ਇਹਦਾ ਇਲਜ਼ਾਮ ਸਿੱਧਾ ਅਰਵਿੰਦ ਕੇਜਰੀਵਾਲ ਤੇ ਆਉਂਦਾ ਕਿ ਕਿਉਂ, ਕੀ ਤੁਹਾਡੇ ਕੋਲ ਹੁਣ ਪੁਲਿਸ ਆ ਗਈ ਆ ਪੰਜਾਬ ਦੀ, ਕੀ ਤੁਸੀਂ ਉਸ ਦਾ ਇਸਤੇਮਾਲ ਆਪਣੇ ਵਿਰੋਧੀਆਂ ਨੂੰ ਜਾਂ ਆਪਣੇ ਜਿਹੜੇ ਪੋਲੀਟੀਕਲ ਆਪੋਨੈਂਟਸ ਨੂੰ, ਉਹਨਾਂ ਨੂੰ ਠੀਕ ਕਰਨ ਲਈ ਕਰੋਗੇ, ਜਾਂ ਉਹਨਾਂ ਨੂੰ ਸੈੱਟ ਕਰਨ ਲਈ ਕਰੋਗੇ, ਜਾਂ ਉਹਨਾਂ ਨੂੰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਹੁਣ ਮੇਰੇ ਕੋਲ ਪੁਲਿਸ ਆ, ਮੈਂ ਜਿਸ ਤਰ੍ਹਾਂ ਮਰਜ਼ੀ ਬਿਹੇਵ ਕਰ ਲਾਂ। ਮੈਨੂੰ ਲੱਗਦਾ ਇਹ ਇੱਕ ਬਹੁਤ ਹੀ ਗਲਤ ਰਵਾਇਤ ਆ, ਇਸ ਨੂੰ ਜਲਦੀ ਬੰਦ ਹੋਣਾ ਚਾਹੀਦਾ ਜੀ। ਬਿਲਕੁਲ। ਸੋ ਸਿਆਸੀ
ਇਲਜ਼ਾਮ ਹਮੇਸ਼ਾ ਲੱਗਦੇ ਰਹੇ ਨੇ ਪੰਜਾਬ 'ਚ ਸਰਕਾਰਾਂ ਤੇ। ਅਕਾਲੀ ਦਲ ਤੇ ਵੀ ਬਹੁਤ ਲੱਗੇ ਕਿ ਨਜਾਇਜ਼ ਪਰਚੇ ਕੀਤੇ, ਕਾਂਗਰਸ ਤੇ ਵੀ ਬਹੁਤ ਲੱਗੇ ਕਿ ਨਜਾਇਜ਼ ਪਰਚੇ ਕੀਤੇ। ਔਰ ਵੈਸੇ ਦਿੱਲੀ 'ਚ ਆਮ ਆਦਮੀ ਪਾਰਟੀ ਵਾਲੇ ਵੀ ਅਕਸਰ ਪਹਿਲਾਂ ਇਹੀ ਇਲਜ਼ਾਮ ਲਾਉਂਦੇ ਸੀ ਜਦੋਂ ਉਹਨਾਂ ਦੇ ਵਿਧਾਇਕ ਤੇ ਜਾਂ ਦੂਸਰੇ ਲੀਡਰਾਂ ਤੇ ਦਿੱਲੀ ਦੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾਂਦੇ ਸੀ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸੋ ਇਹ ਇੱਕ ਜਿਹੜੀਆਂ ਘਟਨਾਵਾਂ ਨੇ, ਇਹ ਮੈਨੂੰ ਲੱਗਦਾ ਰੰਧਾਵਾ ਜੀ ਬਹੁਤ ਆਮ ਹੋ ਗਈਆਂ, ਹੋਣੀਆਂ ਨਹੀਂ ਸੀ ਚਾਹੀਦੀਆਂ। ਬਹੁਤ ਸੋਚ ਸਮਝ ਕੇ ਕੇਸ ਹੋਣੇ ਚਾਹੀਦੇ ਸੀ। ਔਰ ਕੁਮਾਰ ਵਿਸ਼ਵਾਸ ਔਰ ਅਲਕਾ ਲਾਂਬਾ ਵਾਲੇ ਮਾਮਲੇ 'ਚ ਮੈਨੂੰ ਇਹ ਲੱਗਦਾ ਕਿ ਜਾਂ ਤਾਂ ਦਿੱਲੀ 'ਚ ਸ਼ਿਕਾਇਤ ਦਿੱਤੀ ਜਾਂਦੀ ਆਮ ਆਦਮੀ ਪਾਰਟੀ ਵੱਲੋਂ, ਜਾਂ ਮਹਾਰਾਸ਼ਟਰ 'ਚ ਸ਼ਿਕਾਇਤ ਦਿੱਤੀ ਜਾਂਦੀ। ਅਲਕਾ ਲਾਂਬਾ ਬਾਰੇ ਦਿੱਲੀ 'ਚ ਸ਼ਿਕਾਇਤ ਦਿੱਤੀ ਜਾਂਦੀ। ਅਗਰ ਕਾਨੂੰਨੀ ਕਾਰਵਾਈ ਕਰਨੀ ਸੀ ਉਹਨਾਂ ਨੇ ਤੇ ਫਿਰ ਘੱਟੋ ਘੱਟ ਇਹ ਇਲਜ਼ਾਮ ਨਹੀਂ ਸੀ ਲੱਗਣੇ ਕਿ ਪੁਲਿਸ ਦੀ ਦੁਰਵਰਤੋਂ ਕੀਤੀ ਗਈ ਹੈ, ਕਿਉਂਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਬਿਆਨ ਨਹੀਂ ਸੀ ਦਿੱਤੇ, ਜਾਂ ਉਹ ਕੋਰਟ ਦੇ ਜ਼ਰੀਏ ਕਾਰਵਾਈ ਕਰ ਸਕਦੇ ਸੀ ਮੁੰਬਈ ਦੇ ਵਿੱਚੋਂ ਜਾਂ ਦਿੱਲੀ ਦੇ ਵਿੱਚੋਂ, ਤੇ ਸ਼ਾਇਦ ਇਹਨਾਂ ਇਲਜ਼ਾਮਾਂ ਤੋਂ ਬਚ ਜਾਂਦੇ। ਖੈਰ, ਹੁਣ ਮਾਮਲਾ ਅਦਾਲਤਾਂ ਦੇ ਵਿੱਚ ਹੈ। ਅਦਾਲਤਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਕਰ ਦੇਣਾ ਹੈ। ਇੱਕ ਹੋਰ ਬੜਾ ਅਹਿਮ ਮਾਮਲਾ ਹੈ ਰੰਧਾਵਾ ਜੀ ਕਿ ਬਲਵੰਤ ਸਿੰਘ ਰਾਜੋਆਣਾ, ਉਹਨਾਂ ਬਾਰੇ 2 ਮਹੀਨੇ ਦਾ ਸਮਾਂ ਸੁਪਰੀਮ ਕੋਰਟ ਨੇ ਹੋਰ ਦਿੱਤਾ ਕੇਂਦਰ ਸਰਕਾਰ ਨੂੰ ਕਿ ਤੁਸੀਂ ਉਹਨਾਂ ਦੀ ਸਜ਼ਾ ਦੇ ਉੱਤੇ ਫੈਸਲਾ ਕਰੋ। ਬਲਵੰਤ ਸਿੰਘ ਰਾਜੋਆਣਾ ਦੇ ਇਸ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਪਹਿਲਾਂ ਇਹ ਲੱਗ ਰਿਹਾ ਸੀ ਕਿ 2 ਮਈ ਤੱਕ ਦਾ ਵਕਤ ਹੈ ਤੇ ਗੱਲ ਨਿਬੜ ਜੂਗੀ, ਲੇਕਿਨ ਕੇਂਦਰ ਸਰਕਾਰ ਨੇ 2 ਮਈ ਤੱਕ ਕੋਈ ਫੈਸਲਾ ਨਹੀਂ ਕੀਤਾ ਤੇ ਵਾਧੂ ਸਮਾਂ ਮੰਗਿਆ, ਤੇ ਹੁਣ 2 ਮਹੀਨੇ ਦਾ ਸਮਾਂ ਜਿਹੜਾ ਉਹ ਹੋਰ ਅਦਾਲਤ ਨੇ ਕੇਂਦਰ ਸਰਕਾਰ ਨੂੰ ਦਿੱਤਾ। ਇਹ ਸਮਾਂ ਕਿਉਂ ਮੰਗਿਆ ਗਿਆ ਭਾਰਤ ਸਰਕਾਰ ਵੱਲੋਂ, ਜਾਂ ਸਮਾਂ ਕਿਉਂ ਦਿੱਤਾ ਗਿਆ ਅਦਾਲਤ ਵੱਲੋਂ? ਦਰਅਸਲ ਤੁਹਾਨੂੰ ਯਾਦ ਹੋਣਾ ਡੱਲਾ ਜੀ, ਪਿਛਲੀ ਸੁਣਵਾਈ ਵੇਲੇ ਵੀ ਜਦੋਂ ਮਾਰਚ 24 ਨੂੰ ਇਹ ਸੁਣਵਾਈ ਹੋਈ ਸੀ ਤੇ ਸੁਪਰੀਮ ਕੋਰਟ ਦੇ ਜਸਟਿਸ ਆ ਉਦੇ ਉਮੇਸ਼ ਲਲਿਤ, ਉਹਨਾਂ ਨੇ ਕਿਹਾ ਸੀ ਕਿ 30 ਅਪ੍ਰੈਲ ਤੱਕ ਭਾਰਤ ਸਰਕਾਰ, ਕੇਂਦਰ ਸਰਕਾਰ ਇਹ ਗੱਲ ਦੱਸੇ ਤੇ ਨਾਲ ਹੀ ਸੀਬੀਆਈ ਦੱਸੇ ਕਿ ਤੁਸੀਂ ਜਿਹੜੀ ਮਰਸੀ ਪਟੀਸ਼ਨ ਫਾਈਲ ਕੀਤੀ ਹੋਈ ਹੈ ਬਲਵੰਤ ਸਿੰਘ ਰਾਜੋਆਣਾ ਨੇ, ਉਸ ਉੱਤੇ ਤੁਸੀਂ ਕੀ ਕਾਰਵਾਈ ਕਰ ਰਹੇ। ਉਹ ਮਰਸੀ ਪਟੀਸ਼ਨ ਸਨ 2013 ਦੀ ਕੀਤੀ ਹੋਈ ਆ। ਅੱਛਾ, ਅੱਜ ਦੀ ਇਸ ਕਾਰਵਾਈ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਡੱਲਾ ਜੀ, ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰਸ ਆ, ਉਹਨਾਂ ਨੇ ਜਵਾਬ ਦਿੱਤਾ। ਉਹ ਕਹਿੰਦੇ ਜੀ ਕਿਉਂਕਿ ਇਹਨਾਂ ਨੇ ਖੁਦ ਮਰਸੀ ਪਟੀਸ਼ਨ ਨਹੀਂ ਪਾਈ ਆ, ਆਪ ਖੁਦ ਨਹੀਂ ਪਾਈ ਆ, ਇਸ ਕਰਕੇ ਇਹਨਾਂ ਦੇ ਉੱਤੇ ਕੋਈ ਜਵਾਬ ਦੇਣਾ ਸਾਡਾ ਬਣਦਾ ਨਹੀਂ। ਤੇ ਦੂਸਰੀ ਉਹਨਾਂ ਨੇ ਕੋਰਟ ਨੂੰ ਇਹ ਗੱਲ ਕਹੀ ਕਿ ਕਿਉਂਕਿ ਹੋਰ ਵੀ ਕਈ ਇਸ ਕੇਸ ਦੇ ਨਾਲ ਸੰਬੰਧਿਤ ਮਾਮਲੇ ਪੈਂਡਿੰਗ ਹੋ ਸਕਦੇ ਆ ਕੋਰਟਸ ਦੇ ਵਿੱਚ, ਇਸੇ ਕਰਕੇ ਅਸੀਂ ਇਸ ਤੇ ਫੈਸਲਾ ਨਹੀਂ ਦਿੱਤਾ। ਔਰ ਦੋਨੇ ਹੀ ਇਹਨਾਂ ਕਾਰਨਾਂ ਨੂੰ ਕੋਰਟ ਨੇ ਖਾਰਿਜ ਕਰਤਾ। ਇਸੇ ਕਰਕੇ ਉਹਨਾਂ ਨੇ ਕਿਹਾ ਕੋਰਟ ਨੇ ਕਿ ਤੁਸੀਂ 2 ਮਹੀਨਿਆਂ ਦੇ ਅੰਦਰ ਫੈਸਲਾ ਕਰਕੇ, ਕਿਉਂਕਿ ਤੁਹਾਡੀਆਂ ਇਹ ਜਿਹੜੀਆਂ ਦਲੀਲਾਂ ਨੇ ਇਹ ਠੀਕ ਨਹੀਂ ਆ। ਉਹਨਾਂ ਨੇ ਦੱਸਿਆ ਕਿ ਆਰਟੀਕਲ 32, ਆਰਟੀਕਲ 32 ਦੇ ਅਧੀਨ ਖੁਦ ਬਲਵੰਤ ਸਿੰਘ ਰਾਜੋਆਣਾ ਨੇ ਉਹ ਮਰਸੀ ਪਟੀਸ਼ਨ ਪਾਈ ਹੋਈ ਹੈ, ਜਿਹੜੀ ਸਨ 2013 ਤੋਂ ਪੈਂਡਿੰਗ ਆ। ਸਨ 2007 ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਸੋ ਇਸ ਕਰਕੇ ਇੱਕ ਤਾਂ ਉਹਨਾਂ ਨੇ ਇਹ ਖਾਰਜ ਕਰਤੀ, ਦੂਸਰੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਬਾਕੀ ਕੇਸ ਪੈਂਡਿੰਗ ਹੈ ਜਾਂ ਨਹੀਂ ਪੈਂਡਿੰਗ, ਇਸ ਦਾ ਵੀ ਕੋਈ ਮਤਲਬ ਨਹੀਂ ਬਣਦਾ। ਇਸ ਚੀਜ਼ ਤੋਂ ਤੁਸੀਂ ਬਿਲਕੁਲ ਪਰਾਂ ਹਟ ਕੇ ਫੈਸਲਾ ਲਓ। ਸੋ 2 ਮਹੀਨਿਆਂ ਅੰਦਰ ਕਿਸ ਤਰ੍ਹਾਂ ਦਾ ਫੈਸਲਾ ਆਏਗਾ ਬਲਵੰਤ ਸਿੰਘ ਰਾਜੋਆਣਾ ਦਾ, ਇਹ ਖੈਰ ਕੇਂਦਰ ਸਰਕਾਰ ਦੱਸੇਗੀ। ਪਰ ਕੋਰਟ ਨੇ ਉਹ ਰਾਸਤਾ, ਜਿਹੜੀਆਂ ਅੜਚਨਾ ਸੀ ਜਿਸ ਨੂੰ MHA ਜਾਂ ਮਿਨਿਸਟਰੀ ਆਫ ਹੋਮ ਅਫੇਅਰਸ ਲੈ ਕੇ ਗੱਲ ਕਰ ਰਿਹਾ ਸੀ, ਉਹ ਬਿਲਕੁਲ ਸਾਫ਼ ਕਰਤਾ। ਹੁਣ ਦੇਖਦੇ ਹਾਂ, ਹਾਲਾਂਕਿ ਇਸ ਤੇ ਰਾਜਨੀਤੀ ਬਹੁਤ ਹੋ ਰਹੀ ਹੈ। ਕਈ ਲੋਕ ਚਾਹੁੰਦੇ ਨੇ ਕਿ ਇਸ ਉੱਤੇ ਜਲਦੀ ਤੋਂ ਜਲਦੀ ਫੈਸਲਾ ਆਵੇ ਤੇ ਕਈ ਲੋਕ ਇਸ ਦੇ ਖਿਲਾਫ ਵੀ ਖੜੇ ਆ। ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗੂ ਕਿ ਕੋਰਟ ਦੇ ਵਿੱਚ ਸਰਕਾਰ ਕੀ ਜਵਾਬ ਦਿੰਦੀ। ਜੀ ਬਿਲਕੁਲ ਠੀਕ ਹੈ। ਪਰ ਪਿਛਲੇ ਦਿਨਾਂ 'ਚ ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜਾ ਪ੍ਰੋਗਰਾਮ ਰੱਖਿਆ ਆਪਣੇ ਘਰ ਸਦਭਾਵਨਾ ਦੇ ਬੈਨਰ ਹੇਠ, ਉਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਿੱਖ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ, NRIs ਨਾਲ ਮੁਲਾਕਾਤ ਕੀਤੀ, ਸਾਡੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਐਂਟਰਪ੍ਰੇਨਿਓਰ ਸੀ ਉਹਨਾਂ ਨਾਲ ਮੁਲਾਕਾਤ ਕੀਤੀ। ਲਗਭਗ ਸਾਰੇ ਖਿੱਤਿਆਂ ਦੇ ਲੋਕ ਸੀ, ਧਾਰਮਿਕ ਖਿੱਤਿਆਂ ਤੋਂ ਵੀ ਲੋਕ ਆਏ ਹੋਏ ਸੀ। ਤੇ ਮੈਨੂੰ ਇਹ ਲੱਗਿਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਸਾਰੇ ਭਾਈਚਾਰਿਆਂ ਨੂੰ, ਸਿੱਖ ਭਾਈਚਾਰੇ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਮਿਲ ਰਹੇ ਨੇ, ਤੇ ਸ਼ਾਇਦ ਹੋ ਸਕਦਾ ਹੈ ਕਿ ਉਹ ਕੋਈ ਓਪੀਨੀਅਨ ਬਣਾਉਣ ਕਿ ਜਿਹੜਾ ਸਿੱਖ ਕੈਦੀਆਂ ਦਾ ਮਸਲਾ ਹੈ, ਇਹ ਬਹੁਤ ਲੰਬੀ ਮੰਗ ਹੈ ਕਿ ਜਿਹੜੇ ਪਿਛਲੇ ਸਮਿਆਂ ਦੇ ਸਿੱਖ ਕੈਦੀ ਨੇ ਉਹਨਾਂ ਨੂੰ ਜ਼ਮਾਨਤਾਂ ਔਰ ਉਹਨਾਂ ਨੂੰ ਸਜ਼ਾਵਾਂ ਦੇ ਮਾਮਲੇ ਦੇ ਵਿੱਚ, ਉਹਨਾਂ ਨੂੰ ਪੈਰੋਲ ਦੇਣ ਦੇ ਮਾਮਲੇ ਦੇ ਵਿੱਚ ਉਸ ਤਰ੍ਹਾਂ ਦੀ ਨਿਰਪੱਖਤਾ ਨਜ਼ਰ ਨਹੀਂ ਆਉਂਦੀ ਜਿਹੋ ਜਿਹੀ ਨਜ਼ਰ ਆਉਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਹੈ ਕਿ ਉਸ ਮੀਟਿੰਗ ਤੋਂ ਬਾਅਦ ਇੱਕ ਉਮੀਦ ਬਣੀ ਸੀ ਕਿ ਪ੍ਰਧਾਨ ਮੰਤਰੀ ਇਹਦੇ ਤੇ ਜਲਦ ਫੈਸਲਾ ਲੈਣਗੇ, ਜਾਂ ਹੁਣ ਉਸ ਮੀਟਿੰਗ ਤੋਂ ਬਾਅਦ
ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਭਾਰਤ ਦੀ ਸਰਕਾਰ ਕੋਲੇ ਇੱਕ ਸਮਾਂ ਹੈ 2 ਮਹੀਨਿਆਂ ਦਾ, ਤੇ ਕਿਸੇ ਵੀ ਸਮੇਂ ਇਹ ਫੈਸਲੇ ਲਏ ਜਾ ਸਕਦੇ ਨੇ। ਤੁਹਾਡੀ ਦੂਰਦ੍ਰਿਸ਼ਟੀ ਕੀ ਕਹਿੰਦੀ ਹੈ? ਕਿਉਂਕਿ ਰਾਜਨੀਤਿਕ ਤੌਰ ਤੇ ਵੀ ਇਹ ਫੈਸਲਿਆਂ ਦਾ ਬਹੁਤ ਵੱਡਾ ਮਹੱਤਵ ਹੈ। ਆਉਂਦੇ ਸਮੇਂ 'ਚ ਕਈ ਥਾਵਾਂ ਤੇ ਸਾਡੇ ਸੂਬਿਆਂ 'ਚ ਚੋਣਾਂ ਵੀ ਨੇ, ਔਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਛਵੀ ਹੈ ਉਹ ਬੜੀ ਜੁੜ ਗਈ ਇਹਨਾਂ ਫੈਸਲਿਆਂ ਦੇ ਨਾਲ ਆ। ਜੀ, ਮੈਨੂੰ ਇਹ ਲੱਗਦਾ ਡੱਲਾ ਜੀ ਕਿ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ, ਜਿਵੇਂ ਬਲਵੰਤ ਸਿੰਘ ਰਾਜੋਆਣਾ ਵਾਲਾ ਕੇਸ ਹੋਵੇ ਜਾਂ ਦਵਿੰਦਰ ਸਿੰਘ ਭੁੱਲਰ ਵਾਲਾ ਕੇਸ ਹੋਵੇ, ਉਹ ਆਪ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੇ, ਕਿਉਂਕਿ ਲੱਗ ਇਸ ਤਰ੍ਹਾਂ ਰਿਹਾ ਕਿ ਜੇ ਕੋਈ ਫੈਸਲਾ ਲੈਣਗੇ ਤੇ ਜੇ ਇਹਦੇ ਪੋਜ਼ਿਟਿਵ ਪੱਖ ਨੇ ਤੇ ਬਹੁਤ ਸਾਰੇ ਲੋਕ ਇਸ ਦੇ ਵਿਰੋਧ 'ਚ ਵੀ ਖੜੇ ਆ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਰਵਨੀਤ ਬਿੱਟੂ ਨੇ ਇੱਕ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਛੱਡਿਆ ਜਾਣਾ ਚਾਹੀਦਾ, ਜਾਂ ਉਹਨਾਂ ਦੀ ਮਰਸੀ ਪਟੀਸ਼ਨ ਉੱਤੇ ਕਿਸੇ ਤਰ੍ਹਾਂ ਦਾ ਵਿਚਾਰ ਨਹੀਂ ਹੋਣਾ ਚਾਹੀਦਾ, ਇਹ ਵੀ ਗੱਲ ਉਹਨਾਂ ਨੇ ਕਹੀ ਸੀ। ਸੋ ਜਿੱਥੇ ਇੱਕ ਪਾਸੇ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਹੱਕ 'ਚ ਖੜੀਆਂ, ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਥੇਬੰਦੀਆਂ ਜਾਂ ਬਹੁਤ ਸਾਰੇ ਲੋਕ ਉਹਨਾਂ ਦੇ ਵਿਰੋਧ 'ਚ ਵੀ ਖੜੇ ਨੇ। ਤੇ ਕਿਉਂਕਿ ਪੋਲੀਟੀਕਲ ਪਾਰਟੀਆਂ ਤੋਂ ਆਉਂਦੇ ਨੇ, ਪ੍ਰਧਾਨ ਮੰਤਰੀ ਹੋਣ ਚਾਹੇ ਗ੍ਰਹਿ ਮੰਤਰੀ ਹੋਣ, ਉਹਨਾਂ ਨੇ ਇਹ ਵੀ ਦੇਖਣਾ ਹੁੰਦਾ ਕਿ ਇਸ ਦਾ ਅਸਰ ਕਿਤੇ ਉਹਨਾਂ ਦੇ ਜਿਹੜਾ ਖਾਸ ਤੌਰ ਤੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਨੈਗੇਟਿਵ ਨਾ ਚਲਾ ਜਾਵੇ। ਸੋ ਇਸੇ ਕਰਕੇ ਇਸ ਤੇ ਬੜਾ ਸੋਚ ਸਮਝ ਕੇ ਫੈਸਲਾ ਲਿਆ ਜਾਏਗਾ, ਕਾਨੂੰਨ ਦੀਆਂ ਨਜ਼ਰਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਜਾਏਗਾ। ਕਿਉਂਕਿ ਜਿਹੜੇ ਦੂਸਰੀ ਗੱਲ ਆ, ਦੇਖੋ ਇਹਨਾਂ ਮਸਲਿਆਂ ਦੇ ਵਿੱਚ ਕਿਉਂਕਿ ਮਰਸੀ ਪਟੀਸ਼ਨਸ ਤੇ ਗੱਲ ਹੋ ਰਹੀ ਆ, ਦੂਸਰੇ ਮਸਲਿਆਂ ਦੇ ਵਿੱਚ ਜਿੱਥੇ ਤੁਸੀਂ ਸਿੱਖ ਬੰਦੀਆਂ ਦੀ ਗੱਲ ਕਰਦੇ ਹੋ, ਉਹ ਡੱਲਾ ਜੀ ਮਾਮਲੇ ਹੋਰ ਨੇ। ਹੋ ਸਕਦਾ ਕਿ ਉਹਨਾਂ ਚੋਂ ਬਹੁਤ ਸਾਰਿਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, ਹੁਣ ਜੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਤੇ ਰਿਹਾ ਕਰ ਦੇਣਾ ਚਾਹੀਦਾ। ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਦੀ ਕੋਰਟਸ ਨੂੰ ਜਾਂ ਕਾਨੂੰਨ ਨੂੰ ਕਿਸੇ ਤਰ੍ਹਾਂ ਦੀ ਕੋਈ ਅੜਚਨ ਹੋਣੀ ਚਾਹੀਦੀ ਆ। ਸੋ ਇਹ ਦੋ ਵੱਖਰੇ ਵੱਖਰੇ ਮਾਮਲੇ ਨੇ। ਸੋ ਮੈਨੂੰ ਲੱਗਦਾ ਕੇਂਦਰ ਸਰਕਾਰ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਇਹਦਾ ਕੋਈ ਰਾਹ ਲੱਭੂਗੀ, ਕਿਉਂਕਿ ਇਹਦੇ ਨਾਲ ਜਿਸ ਤਰ੍ਹਾਂ ਮੈਂ ਦੱਸਿਆ ਕਾਨੂੰਨ ਦੇ ਨਾਲ ਨਾਲ ਇਹ ਪੋਲੀਟੀਕਲ ਮਸਲੇ ਵੀ ਨੇ। ਸੋ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਇਹ ਮਸਲੇ ਕਿਹੜੇ ਪਾਸੇ ਨੂੰ ਜਾਂਦੇ ਆ। ਜੀ ਬਿਲਕੁਲ, ਕਿਉਂਕਿ ਪਿੱਛੇ ਜੇ ਮਨੀਸ਼ ਤਿਵਾੜੀ ਉਹਨਾਂ ਨੇ ਵੀ ਇਹ ਗੱਲ ਕਹੀ ਸੀ, ਜਿਹੜੇ ਖੁਦ ਇੱਕ ਵਿਕਟਮ ਪਰਿਵਾਰ ਚੋਂ ਆਉਂਦੇ ਨੇ। ਮਨੀਸ਼ ਤਿਵਾੜੀ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਬਹੁਤ ਲੰਮਾ ਸਮਾਂ ਹੋ ਗਿਆ, ਸੋ ਅਗਰ ਬਲਵੰਤ ਸਿੰਘ ਰਾਜੋਆਣਾ ਬਾਰੇ ਸਰਕਾਰ ਫੈਸਲਾ ਕਰਦੀ ਹੈ ਸਜ਼ਾ ਮਾਫੀ ਦਾ, ਤੇ ਕਾਨੂੰਨੀ ਤੌਰ ਤੇ ਉਹ ਸੰਭਵ ਹੈ। ਚਲੋ ਇਹ ਗੱਲਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਇਹ ਮਾਮਲੇ ਕਈ ਪੱਖਾਂ ਤੋਂ ਜੁੜੇ ਨੇ, ਸਮਾਜਿਕ ਮਹੱਤਵ ਵੀ ਹੈ ਇਹਨਾਂ ਦਾ ਔਰ ਪੋਲੀਟੀਕਲ ਮਹੱਤਵ ਵੀ ਹੈ। ਹਾਲਾਂਕਿ ਅਕਾਲੀ ਦਲ ਨੇ ਚਿੱਠੀ ਲਿਖੀ, ਸੁਖਬੀਰ ਬਾਦਲ ਤਾਂ ਲਗਾਤਾਰ ਇਹ ਮੰਗ ਕਰ ਰਹੇ ਨੇ। ਅੱਜ ਵੀ ਮੈਂ ਉਹਨਾਂ ਦਾ ਬਿਆਨ ਪੜ੍ਹ ਰਿਹਾ ਸੀ ਕਿ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਸਰਕਾਰ ਜਲਦ ਫੈਸਲਾ ਲਵੇ। ਕਿ ਅਕਾਲੀ ਦਲ ਲਈ ਕੋਈ ਇਹ ਪੋਲੀਟੀਕਲ ਸੰਜੀਵਨੀ ਵੀ ਬਣ ਸਕਦੇ ਨੇ ਅਜਿਹੀ ਮਾਮਲੇ, ਅਗਰ ਕੋਈ ਸਜ਼ਾ ਮਾਫੀ ਦੀ ਗੱਲ ਆਉਂਦੀ ਹੈ ਤਾਂ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਲਈ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਲਈ ਪਾਰਟੀ ਲਈ ਕੋਈ ਸੰਜੀਵਨੀ ਹੋਣਗੇ। ਹੋ ਸਕਦਾ ਕਿ ਉਹਨਾਂ ਨੂੰ ਥੋੜਾ ਬਹੁਤਾ ਕਿਸੇ ਖਾਸ ਪਾਕਟ ਦੇ ਵਿੱਚ ਇਸ ਚੀਜ਼ ਦਾ ਫਾਇਦਾ ਹੋ ਜੇ, ਕਿਉਂਕਿ ਜਿਹੜੀਆਂ ਪਾਰਟੀਆਂ ਨੇ ਕੰਮ ਠੀਕ ਹੈ, ਕਿਸੇ ਤੁਸੀਂ ਸਜ਼ਾ ਮਾਫ ਕਰਾ ਸਕਦੇ ਹੋ ਹਿਊਮੈਨਿਟੇਰੀਅਨ ਗਰਾਊਂਡਸ ਤੇ, ਮਨੁੱਖੀ ਅਧਿਕਾਰਾਂ ਦੇ ਗਰਾਊਂਡਸ ਤੇ, ਲੇਕਿਨ ਜੇ ਉਹ ਉਸ ਨਾਲ ਤੁਹਾਡੀ ਪਾਰਟੀ ਦਾ ਪੂਰੀ ਤਰ੍ਹਾਂ ਉਭਾਰ ਹੋ ਜਾਊਗਾ, ਮੈਨੂੰ ਲੱਗਦਾ ਕਿਉਂਕਿ ਅਕਾਲੀਆਂ ਕੋਲੇ ਇਸ ਟਾਈਮ ਕਿਸੇ ਹੋਰ ਤਰ੍ਹਾਂ ਦਾ ਕੋਈ ਇਸ਼ੂ ਹੀ ਨਹੀਂ ਹੈ। ਸੋ ਉਹਨਾਂ ਨੂੰ ਲੱਗਦਾ ਕਿ ਇਸ ਨਾਲ ਸ਼ਾਇਦ ਸਾਡਾ ਥੋੜਾ ਬਹੁਤਾ ਰਿਵਾਈਵਲ ਹੋ ਜੇ। ਪੋਲੀਟੀਕਲ ਪਾਰਟੀਆਂ ਜਿੰਨਾ ਓਵਰਆਲ ਲੋਕਾਂ ਦੀ ਭਲਾਈ ਦੇ ਕੰਮ ਨਹੀਂ ਕਰਦੀਆਂ ਜਾਂ ਉਹਨਾਂ ਦੇ ਨਾਲ ਰਲ ਕੇ ਨਹੀਂ ਚੱਲਦੀਆਂ, ਉਹਨਾਂ ਦੀ ਮਨੋਦਸ਼ਾ ਨਹੀਂ ਸਮਝਦੀਆਂ, ਉਹਨਾਂ ਦੀ ਮਾਨਸਿਕਤਾ ਦੇ ਹਿਸਾਬ ਨਾਲ ਨਹੀਂ ਚੱਲਣਗੀਆਂ, ਸਿਰਫ ਇੱਕ ਜਾਂ ਦੋ ਇਸ਼ੂਜ਼ ਨੂੰ ਲੈ ਕੇ ਜੇ ਉਹ ਸੋਚਣ ਕਿ ਸਾਡਾ ਉਭਾਰ ਹੋ ਜਾਊਗਾ, ਮੈਨੂੰ ਬੜਾ ਮੁਸ਼ਕਲ ਲੱਗਦਾ। ਹਾਂ ਠੀਕ ਹੈ, ਜਿਹੜੀ ਉਹਨਾਂ ਦੀ ਖਾਸ ਕੁਝ ਕਨਸਟੀਟੂਐਂਸੀ ਹੈ ਜਿਨ੍ਹਾਂ ਨੂੰ ਉਹ ਐਡਰੈਸ ਕਰਦੇ ਨੇ, ਉਹਨਾਂ ਦੇ ਵਿੱਚ ਥੋੜੀ ਜਿਹੀ ਖੁਸ਼ੀ ਦੀ ਲਹਿਰ ਜ਼ਰੂਰ ਆ ਸਕਦੀ ਹੈ, ਪਰ ਓਵਰਆਲ ਪਾਰਟੀ ਦਾ ਇਸ ਨਾਲ ਕੋਈ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਉਹ ਮੈਨੂੰ ਇਸ ਟਾਈਮ ਕਿਸੇ ਤਰ੍ਹਾਂ ਦਾ ਕੋਈ ਨਹੀਂ ਲੱਗ ਰਿਹਾ। ਜੀ ਡੱਲਾ ਜੀ, ਬਿਲਕੁਲ ਠੀਕ ਹੈ। ਹੁਣ ਮੈਂ ਆਖਰੀ ਵਿਸ਼ੇ ਦੇ ਉੱਤੇ ਜਾਊਂਗਾ। ਭਗਵੰਤ ਮਾਨ ਉਹਨਾਂ ਦੀ ਸਰਕਾਰ ਨੇ ਕੱਲ ਮੰਤਰੀ ਮੰਡਲ ਦੀ ਬੈਠਕ 'ਚ 26,454 ਪੋਸਟਾਂ ਨੂੰ ਮਨਜ਼ੂਰੀ ਦਿੱਤੀ ਹੈ। ਤਕਨੀਕੀ ਤੌਰ ਤੇ ਇਸ ਮਨਜ਼ੂਰੀ ਨੂੰ ਕਿਵੇਂ ਸਮਝਿਆ ਜਾਵੇ? ਕਿ ਜਲਦ ਨਿਯੁਕਤੀਆਂ ਹੋਣ ਜਾ ਰਹੀਆਂ ਨੇ, ਨੋਟੀਫਿਕੇਸ਼ਨ ਜਲਦ ਹੋ ਜਾਏਗਾ, ਅਖਬਾਰਾਂ 'ਚ ਇਸ਼ਤਿਹਾਰ ਦਿਖ ਜਾਣਗੇ? ਉਹਦਾ ਕਾਰਨ ਇਹ ਹੈ ਕਿ 19 ਮਾਰਚ ਨੂੰ ਭਗਵੰਤ ਮਾਨ ਨੇ ਕਿਹਾ ਸੀ ਕਿ 1 ਮਹੀਨੇ ਦੇ ਵਿੱਚ ਸਾਰੇ ਨੋਟੀਫਿਕੇਸ਼ਨ ਹੋ ਜਾਣਗੇ, ਉਹ ਨਹੀਂ ਹੋਏ। ਪਿੱਛੇ ਚੱਲਦਿਆਂ ਕੈਪਟਨ ਅਮਰਿੰਦਰ ਨੇ ਕਈ ਵਾਰ ਬਿਆਨ ਦਿੱਤਾ ਕਿ ਅਸੀਂ 1 ਲੱਖ ਭਰਤੀ ਕਰਾਂਗੇ। ਚਰਨਜੀਤ ਚੰਨੀ ਨੇ ਵੀ ਕਿਹਾ ਵੀ ਅਸੀਂ 1 ਲੱਖ ਨੌਕਰੀਆਂ ਦੇਵਾਂਗੇ। ਹੁਣ ਬੇਰੁਜ਼ਗਾਰ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ। ਮੈਂ ਦੇਖ ਰਿਹਾ ਸੀ ਪਿਛਲੇ 2-3 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਵੀ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਸਾਡੇ ਉਹ ਵੀ ਗਏ। ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਦੋਂ ਅਸੀਂ ਕਾਂਗਰਸ ਵੇਲੇ ਪ੍ਰੋਟੈਸਟ ਕਰਦੇ ਸੀ ਤਾਂ ਮੀਤ ਹੇਅਰ ਸਾਹਿਬ ਸਾਡੇ ਨਾਲ ਆ ਕੇ ਟੈਂਕੀ ਤੇ
ਟੈਂਕੀ ਤੇ ਚੜ੍ਹ ਕੇ ਸਾਡਾ ਸੰਘਰਸ਼ ਖਤਮ ਕਰਾ ਕੇ ਗਏ ਸੀ ਔਰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਾਡੀ ਸਰਕਾਰ ਆ ਗਈ ਤੇ ਪਹਿਲ ਦੇ ਆਧਾਰ ਤੇ ਤੁਹਾਡੇ ਬਾਰੇ ਅਸੀਂ ਸੋਚਾਂਗੇ। ਹੁਣ ਸਿੱਖਿਆ ਮਹਿਕਮੇ 'ਚ ਤਾਂ ਪੋਸਟਾਂ 63-6400 ਜਾਂ 6500 ਮੇਰਾ ਖਿਆਲ ਉਹ ਮਨਜ਼ੂਰ ਹੋਈਆਂ ਨੇ ਹਾਲ ਦੀ ਘੜੀ, ਤੇ ਜਿਹੜੇ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਨੇ ਉਹ ਚਾਹੁੰਦੇ ਨੇ ਕਿ ਅਸੀਂ 30-35 ਹਜ਼ਾਰ ਸਾਡੇ ਜਿਹੜੇ ਪਾਸ ਕਰੀ ਬੈਠੇ ਨੇ। ਸੋ ਕਿਉਂਕਿ ਵਾਅਦਾ 26 ਲੱਖ ਨੌਕਰੀਆਂ ਦਾ ਕਰ ਗਏ ਸੀ ਅਰਵਿੰਦ ਕੇਜਰੀਵਾਲ ਕਿ ਅਸੀਂ 25-26 ਲੱਖ ਨੌਕਰੀਆਂ ਪੰਜਾਬ 'ਚ ਦੇਵਾਂਗੇ, ਉਹ ਠੀਕ ਹੈ, ਉਹ 5 ਸਾਲਾਂ ਲਈ ਹੈ, ਲੇਕਿਨ ਕੋਈ ਵਿਉਂਤਬੰਦੀ ਨਜ਼ਰ ਨਹੀਂ ਆ ਰਹੀ। ਇਹਦੇ ਤੇ ਵੀ ਆਊਂਗਾ, ਪਰ ਉਸ ਤੋਂ ਪਹਿਲਾਂ ਜਿਹੜੇ 26,454 ਨੌਕਰੀਆਂ ਦੀ ਮਨਜ਼ੂਰੀ ਹੈ ਮੰਤਰੀ ਮੰਡਲ ਦੀ ਬੈਠਕ 'ਚ, ਉਹ ਅਸਲ 'ਚ ਕਿਵੇਂ ਅਸੀਂ ਦੇਖੀਏ ਉਹਨੂੰ? ਦੇਖੋ, ਅੱਜ ਮੈਨੂੰ ਲੱਗਦਾ 47ਵਾਂ ਦਿਨ ਆ ਜਦੋਂ ਤੋਂ ਇਹ ਸਰਕਾਰ ਬਣੀ ਆ। ਪੂਰੇ 50 ਦਿਨ ਹਜੇ ਸਰਕਾਰ ਨੂੰ ਨਹੀਂ ਹੋਏ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਆ ਕੇ ਜਦੋਂ ਐਲਾਨ ਕੀਤਾ ਸੀ ਕਿ ਅਸੀਂ 25,000 ਨੌਕਰੀਆਂ ਦੀ, ਵੈਸੇ ਉਦੋਂ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਕਰਾਂਗੇ, 10,000 ਅਸੀਂ ਪੁਲਿਸ ਤੋਂ, ਬਾਕੀ 15,000 ਵੱਖਰੇ ਵੱਖਰੇ ਮਹਿਕਮਿਆਂ ਤੋਂ। ਉਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਔਰ ਉਹਦੀ ਜਿਹੜੀ ਗਜ਼ਟ ਨੋਟੀਫਿਕੇਸ਼ਨ ਆ ਮੈਨੂੰ ਲੱਗਦਾ ਬੜੀ ਜਲਦੀ, ਕਿਉਂਕਿ ਜਦੋਂ ਕੈਬਨਿਟ 'ਚ ਕਈ ਫੈਸਲੇ ਸਪੈਸੀਫਿਕ ਹੋ ਜਾਂਦੇ ਨੇ, ਉਹਨਾਂ ਦੀ ਗਜ਼ਟ ਜਿਹੜੀ ਨੋਟੀਫਿਕੇਸ਼ਨ ਆ ਉਹ ਹੋਣੀ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਕੈਪਟਨ ਨੇ ਵੀ ਕਿਹਾ ਸੀ 1 ਲੱਖ, ਉਹ ਦਰਅਸਲ ਉਹਨਾਂ ਦਾ ਇੱਕ ਵਾਅਦਾ ਸੀ ਲੋਕਾਂ ਨਾਲ ਕਿ 50,000 ਨੌਕਰੀਆਂ ਦੇਵਾਂਗੇ ਜਾਂ 1 ਲੱਖ ਦੇਵਾਂਗੇ। ਉਹਨਾਂ ਨੇ ਉਸ ਪ੍ਰੋਸੈਸ ਨੂੰ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਸੀ, ਨਾ ਕਿ ਨੰਬਰਸ ਨੂੰ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਸੀ। ਸੋ ਥੋੜਾ ਜਿਹਾ ਇੰਨਾ ਕੁ ਫਰਕ ਆ। ਹਾਲਾਂਕਿ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ 35,000 ਜਿਹੜੀਆਂ ਨੌਕਰੀਆਂ ਸੀ ਉਹਨਾਂ ਦੀ ਨੋਟੀਫਿਕੇਸ਼ਨ ਵੀ ਜਾਰੀ ਕਰਤੀ ਸੀ, ਔਰ ਉਹਨਾਂ ਦੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਵੀ ਉਹ ਜਿਹੜਾ ਮਾਮਲਾ ਸੀ ਉਹ ਪੰਜਾਬ ਦੇ ਗਵਰਨਰ ਕੋਲੇ ਜਾ ਕੇ ਫਸ ਗਿਆ ਸੀ ਔਰ ਉਸ ਨੂੰ ਕਲੀਅਰ ਨਹੀਂ ਸੀ ਕਰਵਾ ਪਾਏ। ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਐਲਾਨ ਕਰ ਦੇਣੇ, ਕੈਬਨਿਟ 'ਚ ਪਾਸ ਕਰ ਦੇਣਾ, ਗੈਜ਼ਟ ਨੋਟੀਫਿਕੇਸ਼ਨ ਵੀ ਹੋ ਜਾਣਾ। ਜਿੰਨੀ ਦੇਰ ਤੱਕ ਇਸ਼ਤਿਹਾਰ ਬਾਹਰ ਨਹੀਂ ਆਉਂਦੇ, ਨੌਕਰੀਆਂ ਜਿਹੜੀਆਂ ਛਪਦੀਆਂ ਨਹੀਂ ਆ, ਲੋਕ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਲਈ ਜਾਂ ਜਿਹੜੇ ਐਲੀਜੀਬਲ ਲੋਕ ਨੇ ਉਹਨਾਂ ਲਈ ਅਪਲਾਈ ਨਹੀਂ ਕਰਦੇ ਔਰ ਇਹ ਅਪਾਇੰਟਮੈਂਟਸ ਹੋ ਨਹੀਂ ਜਾਂਦੀਆਂ, ਉਹਦੇ ਤੱਕ ਜਿਹੜੇ ਬੇਰੁਜ਼ਗਾਰਾਂ ਦੇ ਸ਼ੰਕੇ ਬਣੇ ਰਹਿਣਗੇ। ਔਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ, ਹੁਣ ਵੀ ਜਿਹੜੇ ਖਾਸ ਤੌਰ ਤੇ ਟੀਚਰਸ ਐਲੀਜੀਬਿਲਿਟੀ ਟੈਸਟ, ਜਿਵੇਂ ਟੈਟ ਤੁਸੀਂ ਕਹਿ ਰਹੇ ਹੋ, ਉਹ ਬਹੁਤ ਸਾਰੇ ਇਸ ਤਰ੍ਹਾਂ ਦੇ ਹਜੇ ਬੇਰੁਜ਼ਗਾਰ ਨੇ। ਪਹਿਲਾਂ ETT ਵਾਲੇ ਵੀ ਬਹੁਤ ਸਾਰੇ ਕਈ ਵਾਰੀ ਧਰਨੇ ਪ੍ਰਦਰਸ਼ਨ ਕਰਦੇ ਰਹੇ ਆ। ਹੋਰ ਵੀ ਬਹੁਤ ਸਾਰੇ ਮਹਿਕਮਿਆਂ ਦੇ ਜਿਨ੍ਹਾਂ ਨੇ ਆਪਣੀਆਂ ਕੁਆਲੀਫਿਕੇਸ਼ਨਸ ਪੂਰੀਆਂ ਕੀਤੀਆਂ ਹੋਈਆਂ ਨੇ, ਜਿਹੜੇ ਇਸ ਟਾਈਮ ਰੋਜ਼ਗਾਰ ਦੀ ਮੰਗ ਕਰ ਰਹੇ ਆ। ਇਹ ਗੱਲਾਂ ਜਿਹੜੀ ਸਿਚੁਏਸ਼ਨ ਆ ਡੱਲਾ ਜੀ, ਇਕੱਲੇ ਪੰਜਾਬ ਦੇ ਵਿੱਚ ਨਹੀਂ ਹੈ, ਪੂਰੇ ਭਾਰਤ ਵਿੱਚ ਹੀ ਇਸ ਤਰ੍ਹਾਂ ਦੀ ਬੇਰੁਜ਼ਗਾਰੀ ਦੇਖੀ ਜਾ ਰਹੀ ਹੈ। ਪਰ ਹਾਂ, ਗੱਲ ਠੀਕ ਹੈ, ਕਿਉਂਕਿ ਅਸੀਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹਾਂ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ, ਜਿੰਨੀ ਜਲਦੀ ਹੋ ਸਕੇ ਪ੍ਰੋਸੈਸ ਪੂਰਾ ਕਰਕੇ ਇਹਨਾਂ ਨੌਕਰੀਆਂ ਨੂੰ ਭਰਨਾ ਚਾਹੀਦਾ, ਨਾ ਕਿ ਸਿਰਫ ਇਹ ਲੱਗੇ ਕਿ ਸਿਰਫ ਐਲਾਨ ਕੀਤੇ ਜਾ ਰਹੇ ਨੇ ਜਾਂ ਕੈਬਨਿਟ ਦੇ ਵਿੱਚ ਮਨਜ਼ੂਰੀਆਂ ਹੋ ਰਹੀਆਂ ਨੇ। ਉਹ ਧਰਾਤਲ ਤੇ ਜ਼ਮੀਨ ਦੇ ਉੱਤੇ, ਗਰਾਊਂਡ ਦੇ ਉੱਤੇ ਨਜ਼ਰ ਵੀ ਆਉਣੀਆਂ ਚਾਹੀਦੀਆਂ। ਜੀ ਬਿਲਕੁਲ ਠੀਕ ਹੈ ਜੀ, ਨਜ਼ਰ ਵੀ ਆਉਣੀਆਂ ਚਾਹੀਦੀਆਂ ਨੇ। ਖੈਰ, ਆਸ ਕਰਦੇ ਹਾਂ ਕਿ ਜਲਦ ਨਜ਼ਰ ਆਉਣਗੀਆਂ, ਗਜ਼ਟ ਨੋਟੀਫਿਕੇਸ਼ਨ ਹੋਊਗਾ ਜਿਵੇਂ ਤੁਸੀਂ ਕਿਹਾ। ਮੁਬਾਰਕਬਾਦ ਵੀ ਹੈ ਇਸ ਗੱਲ ਲਈ ਕਿ ਨੋਟੀਫਿਕੇਸ਼ਨ ਹੋ ਗਿਆ ਕਿ ਹੁਣ ਪੈਨਸ਼ਨ ਹੈ ਜਿਹੜੀ ਇੱਕੋ ਮਿਲੇਗੀ। ਸੋ ਹੁਣ ਖਜ਼ਾਨੇ ਤੇ ਬੋਝ ਘਟੇਗਾ ਔਰ ਵਿਧਾਇਕਾਂ ਦਾ ਜਿਹੜਾ ਇਨਕਮ ਟੈਕਸ ਹੈ ਉਹ ਵੀ ਹੁਣ ਉਹਨਾਂ ਨੂੰ ਆਪ ਭਰਨਾ ਪੈਣਾ। ਪਿਛਲੀ ਵਾਰੀ 117 ਵਿਧਾਇਕ ਸੀ, 92-93 ਦਾ ਇਨਕਮ ਟੈਕਸ ਸਰਕਾਰ ਭਰਦੀ ਸੀ। ਇਹ ਵੀ ਚੰਗਾ ਫੈਸਲਾ ਹੋਇਆ। ਸੋ ਕਈ ਫੈਸਲੇ ਚੰਗੇ ਵੀ ਹੋਏ ਨੇ। ਨਰਮੇ ਦੇ ਲਈ ਮੁਆਵਜ਼ਾ ਮੇਰਾ ਖਿਆਲ 40 ਕਰੋੜ ਤੋਂ ਜ਼ਿਆਦਾ ਦਾ ਮਨਜ਼ੂਰ ਹੋ ਗਿਆ। ਸੋ ਜਿਹੜਾ ਨਰਮੇ ਦਾ ਨੁਕਸਾਨ ਹੋਇਆ ਸੀ, ਔਰ ਆਸ ਕਰਾਂਗੇ ਕਿ ਆਉਂਦੇ ਦਿਨਾਂ 'ਚ ਫਸਲਾਂ ਤੇ ਕਣਕ ਤੇ ਬੋਨਸ ਦੀ ਗੱਲ ਵੀ ਤੁਰੇ ਔਰ ਮੁਆਵਜ਼ੇ ਦੀ ਗੱਲ ਵੀ ਤੁਰੇ। ਬਹੁਤ ਬਹੁਤ ਧੰਨਵਾਦ ਰੰਧਾਵਾ ਜੀ, ਤੁਸੀਂ ਵਕਤ ਕੱਢਿਆ ਔਰ ਬਹੁਤ ਖਾਸ ਵਿਸ਼ਿਆਂ ਤੇ ਤੁਸੀਂ ਆਪਣਾ ਐਨਾਲਿਸਿਸ ਦਿੱਤਾ। ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ।